ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਜਿਉ ਜੀ। ਇੱਕੋ ਬਤਾ ਦਿਓ ਹਲਕਾ ਵਾਹਿ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਤੇ ਵੱਡ ਸਮਰੱਥ ਗੁਰਦੇਵ। ਸਭ ਸੁਖ ਪਾਈ ਤਿਸ ਕੀ ਸੇਵ। ਸਭ ਸੁਖ ਪਾਈ ਤਿਸ ਕੀ ਸੇਵ। ਜਾਂ ਕਾ ਕੀਆ ਸਭ ਕਿਛ ਹੋਏ, ਜਾਂ ਕਾ ਕੀਆ ਸਭ ਕਿਛ ਹੋਏ। ਤਿਸ ਕਾ ਅਮਰ ਨ ਮੇਟੈ ਕੋਇ। ਤਿਸ ਕਾ ਅਮਰ ਨ ਮੇਟੈ ਕੋਇ। ਸਭ ਤੇ ਵੱਡ ਸਮਰੱਥ ਗੁਰਦੇਵ। ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ। ਧੰਨ ਧੰਨ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਜੀ। ਕੀਰਤਨ ਪ੍ਰਾਰੰਭ ਕਰਨ ਤੋਂ ਪਹਿਲਾਂ ਆਪਣੀ ਅਸੀਸ ਫਤਿਹ ਰੂਪ ਦੇ ਵਿੱਚ ਸਾਡੀ ਝੋਲੀ 'ਚ ਪਾਓ। ਸੰਗਤ ਜੀ ਉਹ ਢਿੱਲੀ ਫਤਿਹ ਨਾ ਬੁਲਾਣੀ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਗੂੰਜਾਂ ਪਾਉਂਦਿਆਂ ਗਰਜਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ 2 ਮਿੰਟ ਵਾਹਿਗੁਰੂ ਸਿਮਰਨ। ਫਿਰ ਸਾਧ ਸੰਗਤ ਗੁਰੂ ਸਾਹਿਬ ਮਿਹਰ ਕਰਨ ਆਪਣੇ ਸ਼ਬਦ ਦੇ ਨਾਲ ਸਾਨੂੰ ਸਾਰਿਆਂ ਨੂੰ ਗੰਢਣ ਜੀ। ਇੱਕ ਮੈਂ ਚਰਨਾਂ 'ਚ ਬੇਨਤੀ ਕਰਦਿਆਂ ਸੰਗਤ ਦੇ ਹੱਥ ਬੰਨ ਮੇਰੀ ਬੇਨਤੀ ਹੈ ਸੰਗਤ ਜੀਓ, ਵੀ ਰਲ ਕੇ ਕੀਰਤਨ ਕਰਾਂਗੇ ਸਾਰੇ। ਆਖੋ ਸਤਿਨਾਮ। ਰਲ ਕੇ ਕੀਰਤਨ ਕਰਾਂਗੇ। ਇਹ ਨਹੀਂ ਕਿ ਖਾਲੀ ਭਾਈ ਗੁਰਸ਼ਰਨ ਸਿੰਘ ਨੇ ਕੀਰਤਨ ਨਾ, ਸਾਰੇ ਗੁਰੂ ਕੇ ਅੱਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਕੀਰਤਨੀਏ ਬਣ ਜਾਓ ਸਾਰੇ। ਆਖੋ ਸਤਿਨਾਮ ਵਾਹਿਗੁਰੂ। ਕੀਰਤਨੀਏ ਬਣ ਜਾਓ। ਬਾਬਾ ਨਾਨਕ ਸਿੰਘ ਜੀ ਨੇ ਇੱਕ ਦਿਨ ਸਵਾਲ ਕੀਤਾ ਕਿਸੇ ਗੁਰਮੁਖ ਨੂੰ, ਕਹਿੰਦੇ ਤੂੰ ਜਪਦਾ ਨਹੀਂ? ਬੜੇ ਧਿਆਨ ਨਾਲ ਸੁਣਿਓ, ਤੂੰ ਜਪਦਾ ਨਹੀਂ? ਉਹਨੇ ਬਾਬਾ ਜੀ ਨੂੰ ਜਵਾਬ ਦਿੱਤਾ, ਕਹਿੰਦੇ ਜੀ ਗੁਰੂ ਨਾਨਕ ਸਾਹਿਬ ਨੇ ਸੁਰ ਨਹੀਂ ਦਿੱਤੀ, ਬੇਸੁਰਾ ਵਾਂ। ਆਖੋ ਸਤਿਨਾਮ ਵਾਹਿਗੁਰੂ। ਬੇਸੁਰਾ ਸੁਰ ਨਹੀਂ ਦਿੱਤੀ। ਔਰ ਇਹ ਜੋ ਕੀਰਤਨ ਕਰਨ ਵਾਲੇ ਜਾਂ ਸੁਰ ਵਾਲੇ ਉਹ ਜਾਣਦੇ ਨੇ ਚੰਗੀ ਤਰ੍ਹਾਂ ਕਿ ਅਗਰ ਕੋਈ ਬੇਸੁਰਾ ਨਾਲ ਬੋਲ ਪਏ ਸੁਰ ਵਾਲਾ ਥੜਕ ਜਾਂਦਾ ਹੈ। ਕਹਿੰਦੇ ਜੀ ਬੇਸੁਰਾ ਸੁਰ ਨਹੀਂ ਦਿੱਤੀ, ਤਾਲ ਨਹੀਂ, ਬੇਤਾਲਾ ਹੀ ਇੱਦਾਂ ਉੱਦਾਂ ਹੀ ਪੜ੍ਹ ਦਿਆ ਕਰਦਾ, ਫਿਰ ਉਹ ਸਵਾਦ ਨਹੀਂ ਬਣਦੀ ਗੱਲ। ਬਾਬਾ ਨਾਨਕ ਸਿੰਘ ਜੀ ਨੇ ਬਾ ਕਮਾਲ ਜਵਾਬ ਦਿੱਤਾ ਜੀ। ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਪਿਆਰਿਆ ਕੀ ਹੋਇਆ ਜੇ ਗੁਰੂ ਨਾਨਕ ਨੇ ਸੁਰ ਨਹੀਂ ਦਿੱਤਾ? ਕੀ ਹੋਇਆ ਜੇ ਗੁਰੂ ਨਾਨਕ ਨੇ ਤਾਲ ਨਹੀਂ ਦਿੱਤੀ? ਓਏ ਗੁਰੂ ਨਾਨਕ ਨੇ ਆਵਾਜ਼ ਤਾਂ ਦਿੱਤੀ ਹੈ ਨਾ। ਆਖੋ ਸਤਿਨਾਮ ਵਾਹਿਗੁਰੂ। ਬੇਸੁਰੇ ਹੀ ਗਾਓ, ਬੇਤਾਲੇ ਹੀ ਗਾਓ। ਓਏ ਗਾਓ ਗਾਓ। ਉਹਨੇ ਤੇਰਾ ਸੁਰ ਨਹੀਂ, ਉਹਨੇ ਤੇਰਾ ਤਾਲ ਨਹੀਂ, ਉਹਨੇ ਤੇਰਾ ਪ੍ਰੇਮ ਵੇਖਣਾ ਹੈ। ਆਖੋ ਸਤਿਨਾਮ ਵਾਹਿਗੁਰੂ। ਨਾਨਕ ਭਵ ਜਲ ਪਾਰ ਪਰੇ ਜੋ ਗਾਵੇਂ ਪ੍ਰਭ ਕੇ ਗੀਤ। ਗੁਰੂ ਨਾਨਕ ਨੇ ਕਿਤੇ ਨਹੀਂ ਕਿਹਾ ਕਿ ਤੂੰ ਰਾਗ 'ਚ ਗਾਏਗਾ, ਤੂੰ ਸੁਰ 'ਚ ਗਾਏਗਾ, ਤੂੰ ਤਾਲ 'ਚ ਗਾਏਗਾ ਤਾਂ ਮੈਂ ਤੈਨੂੰ ਪਾਰ ਉਤਾਰਾਂਗਾ। ਉਹ ਇੱਥੇ ਤਾਂ ਕੋਈ ਟੱਲੀ ਲੈ ਕੇ ਧੰਨ ਗੁਰੂ ਨਾਨਕ ਹੀ ਕਰੀ ਜਾਵੇ, ਗੁਰੂ ਨਾਨਕ ਨੂੰ ਪਾਰ ਲਾ ਦੇਣਗੇ। ਆਖੋ ਸਤਿਨਾਮ। ਗੱਲ ਤਾਂ ਭਾਵਨਾ ਦੀ ਹੈ, ਗੱਲ ਤਾਂ ਸ਼ਰਧਾ ਦੀ ਹੈ। ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਸਾਡੀ ਭਗਤੀ 'ਚ, ਸਾਡੇ ਗਾਣ 'ਚ, ਸਾਡੇ ਸੁਣਨ 'ਚ, ਸਾਡੇ ਸੁਣਾਉਣ 'ਚ। ਆ ਪਿੱਛੇ ਜੋ ਆਪ ਜੀ ਹੁਣ ਦੀਵਾਨ ਵੇਖਦੇ ਹੋ ਟੀਵੀ ਦੇ ਰਾਹੀਂ, ਇਹ ਹਰ ਬੁੱਧਵਾਰ ਸਾਧ ਸੰਗਤ ਰਿਕਾਰਡ ਹੁੰਦਾ ਹੈ, ਉੱਥੇ ਦੀਵਾਨ ਹੁੰਦਾ ਹੈ ਲੁਧਿਆਣੇ। ਪਿੱਛੇ ਹੁਣ ਇੱਕ
ਸ਼ਰਧਾ ਦੇ ਉੱਪਰ ਸਾਧ ਸੰਗਤ ਜੀ ਇੱਕ ਵਿਸ਼ਾ ਲੱਗਿਆ। ਹਰ ਹਫਤੇ ਵੱਖਰਾ ਵੱਖਰਾ ਵਿਸ਼ਾ ਹੁੰਦਾ ਸ਼ਰਧਾ ਦੇ ਉੱਪਰ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਇੱਕ ਬਾਣੀ ਬਖਸ਼ਿਸ਼ ਕੀਤੀ, ਇੱਕ ਪੰਕਤੀ ਕਹਿੰਦੇ, ਤੇਰਾ ਗਾਣਾ, ਤੇਰਾ ਸੁਣਨਾ, ਤੇਰਾ ਸੁਣਾਣਾ। ਆਖੋ ਸਤਨਾਮ। ਖਾਲੀ ਗਾਣਾ ਤੇ ਸੁਣਨਾ ਨਹੀਂ ਕਿਹਾ, ਗਾਣਾ, ਸੁਣਨਾ ਤੇ ਸੁਣਾਣਾ ਸ਼ਰਧਾ 'ਚ ਹੋਣਾ ਚਾਹੀਦਾ। ਆਖੋ ਸਤਨਾਮ। ਸ਼ਰਧਾ 'ਚ ਹੋਣਾ ਚਾਹੀਦਾ। ਸ਼ਰਧਾ ਵਿਹੂਣ ਗਾਣਾ, ਸ਼ਰਧਾ ਵਿਹੂਣ ਸੁਣਨਾ, ਸ਼ਰਧਾ ਵਿਹੂਣ ਸੁਣਾਣਾ। ਸਾਹਿਬ ਕਹਿੰਦੇ ਫਿਰ ਮੈਂ ਪ੍ਰਵਾਨ ਨਹੀਂ ਕਰਾਂਗਾ। ਇੱਕ ਸ਼ਰਧਾ 'ਚ ਗਾ, ਸ਼ਰਧਾ 'ਚ ਗਾ। ਤੇ ਇਸ ਲਈ ਤੁਹਾਡੇ ਚਰਨਾਂ 'ਚ ਬੇਨਤੀ ਹੈ, ਜਿਤਨਾ ਸਮਾਂ ਹੁਣ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ, ਭੁੱਲ ਜਾਓ ਜੀ ਦੁਨੀਆ ਉਨੀਆਂ ਭੁੱਲ ਜਾਓ। ਬਸ ਹੁਣ ਤੁਸੀਂ ਤੇ ਤੁਹਾਡੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ 8ਵੇਂ ਗੁਰੂ ਨਾਨਕ। ਆਖੋ ਸਤਨਾਮ। ਬਸ ਤੁਸੀਂ ਤੇ ਤੁਹਾਡੇ ਗੁਰੂ ਨਾਨਕ, ਤੁਸੀਂ ਤੇ ਬਾਲਾ ਪ੍ਰੀਤਮ। ਬਸ ਅੱਜ ਉੱਠ ਕੇ ਜਾਈਏ ਨਾ, ਇੰਨੇ ਪਿਆਰ ਨਾਲ ਗਾਇਓ, ਇੰਨੇ ਪਿਆਰ ਨਾਲ, ਇੰਨੀ ਸ਼ਰਧਾ ਇਹਨੇ ਭੇਜ ਕੇ ਗਾਇਓ। ਸਾਧ ਸੰਗਤ ਉੱਠ ਕੇ ਜਾਣ ਲੱਗੋ, ਗੁਰੂ ਰੋਕ ਕੇ ਬਖਸ਼ਿਸ਼ ਦੇ ਕੇ ਤੁਹਾਨੂੰ ਤੋਰਨ। ਆਖੋ ਸਤਨਾਮ। ਕਿ ਮੇਰੀ ਬੱਚੀਏ, ਮੇਰੇ ਬੱਚਿਆ, ਐਡੀ ਭਾਵਨਾ 'ਚ ਅੱਜ ਤੂੰ ਗਾਇਆ, ਐਡੀ ਭਾਵਨਾ 'ਚ ਆ ਲੈ ਦਾਤਾਂ ਦਿੱਤੀਆਂ। ਆਖੋ ਸਤਨਾਮ। ਆ ਲੈ ਦਾਤਾਂ ਦਿੱਤੀਆਂ, ਅੱਜ ਤੈਨੂੰ ਖਾਲੀ ਨਹੀਂ ਤੋਰਨਾ, ਅੱਜ ਤੈਨੂੰ ਖਾਲੀ ਨਹੀਂ ਤੋਰਨਾ। ਗਾਇਓ, ਖੁੱਲ ਕੇ ਗਾਇਓ, ਸਾਰੇ ਗਾਇਓ। ਆਓ ਸਿਮਰਨ ਕਰ ਲਈਏ ਪਹਿਲੇ 2-4 ਮਿੰਟ ਜੀ, ਸਾਰੇ ਕਿਰਪਾ ਕਰੋ। ਵਾਹਿਗੁਰੂ ਵਾਹਿਗੁਰੂ ਜਪੋ ਕਰਮਾਂ ਵਾਲਿਓ ਜਪੋ। ਕੇਵਲ 1 ਮਿੰਟ ਵਾਸਤੇ ਕਰੋ ਨੇਤਰ ਬੰਦ, ਰੀੜ ਦੀ ਹੱਡੀ ਸਿੱਧੀ। ਜੋ
ਜੋ ਬੋਲ ਰਹੇ ਹੋ ਉਹਨੂੰ ਸੁਣੋ। ਧਿਆਨ ਵਾਹਿਗੁਰੂ ਸ਼ਬਦ ਦੇ ਵਿੱਚ। ਵਾਹਿਗੁਰੂ 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 ਹਰੀ ਧਨ ਕਰ ਲੋ ਇਕੱਠਾ। ਇੱਕ ਇੱਕ ਸਵਾਸ ਰੰਗ ਲਿਓ ਕਰਮਾਂ ਵਾਲਿਓ। ਜਿਨ੍ਹਾਂ ਦੇ ਕੋਲ ਗੁਰਬਾਣੀ ਸਰਚਰ ਹੈ, ਆਪ ਜੀ ਸ਼ਬਦ ਖੋਲ ਕੇ ਰੱਖੋ, ਬਾਬੁਲ ਮੇਰਾ ਵਡ ਸਮਰੱਥਾ। ਕਿਉਂਕਿ ਜਦੋਂ ਸ਼ਬਦ ਸਾਹਮਣੇ ਹੁੰਦਾ ਜੀ, ਲੁਧਿਆਣੇ ਅਸੀਂ ਖੁਲਵਾ ਦਿੰਦੇ ਹਾਂ, ਜਿੱਥੇ ਜਿੱਥੇ ਵੀ ਕੀਰਤਨ ਹੁੰਦਾ ਸੰਗਤਾਂ ਦੇ ਚਰਨਾਂ 'ਚ ਬੇਨਤੀ ਲੱਗ ਜਾਂਦੀ ਹੈ ਵੀ ਆਪਣੇ ਮੋਬਾਈਲ ਦੇ ਸਰਚਰ ਦੇ ਸ਼ਬਦ ਖੋਲ ਲਓ, ਬਾਬੁਲ ਮੇਰਾ ਵਡ ਸਮਰੱਥਾ। ਨਾਲ ਨਾਲ ਰਲ ਕੇ ਕੀਰਤਨ ਕਰਾਂਗੇ ਜੀ ਸਾਰੇ। ਕੀਰਤਨ ਦਾ ਪੂਰਾ ਰਸ ਲਾਓ, ਪੂਰਾ। ਬਾਬੁਲ ਮੇਰਾ ਵਡ ਸਮਰੱਥਾ, ਬਾਬੁਲ ਮੇਰਾ ਵਡ ਸਮਰੱਥਾ, ਬਾਬੁਲ ਮੇਰਾ ਵਡ ਸਮਰੱਥਾ, ਬਾਬੁਲ ਮੇਰਾ ਵਡ ਸਮਰੱਥਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ,
ਗੁਰੂ ਹਰਿਕ੍ਰਿਸ਼ਨ ਜੀ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਬਾਬੁਲ ਮੇਰਾ ਵਡ ਸਮਰਥਾ ਬਾਬੁਲ ਮੇਰਾ ਵਡ ਸਮਰਥਾ हर चरण कमल की टेक चरण कमल की टेक सतगुर दित्ती तुसके बलराम जियो सतगुर दित्ती उसके बलराम जियो हर अमृत भरे भंडार अमृत परे भंडार सब किछ है कर तिसके बलराम जियो सब किछ है कर तिसके बलराम जियो सब किछ है कर तिसके बलराम जियो सब किछ है कर किसके बलराम कमांगे ना बाबुल मेरा वड समरथा बाबुल मेरा वड समरथा करण कारण प्रभु हारा करण कारण प्रभु हारा करण कारण प्रभु हारा करण कारण प्रभ हारा करण कारण प्रभ हारा करण कारण प्रभ हारा बाबुल तेरा वड समरथा बाबुल मेरा वड समरथा जिस सिमरत दुख कोई न लागे सिमरत कोई न लागे पाव जल पार उतारा पव जलवार उतारा पाव जल पार उतारा पाव जल पार उतारा पव जल पार उतारा पव जल पार उतारा जिस सिमरत दुख कोई न लागे जिस सिमरत दुख कोई न लागे तन तन श्री गुरु हरि कृष्ण जी दुख कोई न लागे जिस डिठे सब दुख जाए श्री हरि कृष्ण आइए जैसे जैसे सब दुख जाए श्री हरि कृष्ण आइए जिस डिठे सब दुख जाए श्री हरि कृष्ण आइए जिस डेठे सब दुख जाए श्री हरि कृष्ण आइए जिस सिमरत दुख कोई न लागे कोई न लागे
ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਕੋਈ ਨਾ ਲਾਗੇ। ਜੇ ਸਿਮਰਤ ਤੇਰੀ ਜਾਏ ਬਲਾਏ, ਜੇ ਸਿਮਰਤ ਤੁਝ ਕੋਏ ਨਾ ਮਾਏ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਉਹ ਦੁੱਖ ਕੋਈ ਨਾ ਲਾਗੇ, ਦੁੱਖ ਕੋਈ ਨਾ ਲਾਗੇ। ਜਦੋਂ ਗੱਲ ਦੁੱਖ ਦੀ ਆਂਦੀ, ਇੱਕਦਮ ਧਿਆਨ ਸਾਡਾ ਜਾਂਦਾ ਸਰੀਰਕ ਦੁੱਖ ਵੱਲ। ਸਰੀਰਕ ਦੁੱਖ ਸਾਹਿਬ ਕਹਿੰਦੇ ਨਾ, ਖਾਲੀ ਗੁਰੂ ਨੂੰ ਸਰੀਰਕ ਦੁੱਖ ਤੱਕ ਨਾ ਰੱਖੀ, ਮਾਨਸਿਕ ਦੁੱਖ, ਅਧਿਆਤਮਕ ਦੁੱਖ, ਸਰੀਰਕ ਦੁੱਖ, ਸੰਸਾਰਕ ਦੁੱਖ। ਆਖੋ ਸਤਨਾਮ ਵਾਹਿਗੁਰੂ। ਕਿਹੜਾ ਦੁੱਖ ਹੈ ਤੈਨੂੰ, ਕਿਹੜਾ ਦੁੱਖ ਹੈ ਤੈਨੂੰ। ਭਾਵਨੀ ਦੇ ਨਾਲ ਇੱਕ ਵਾਰੀ ਸਤਿਗੁਰ ਦੇ ਚਰਨਾਂ ਤੇ ਬਹਿ ਤਾਂ ਸਹੀ। ਭਾਵਨੀ ਦੇ ਨਾਲ, ਅਕੀਦੇ ਨਾਲ ਬਹਿ ਤਾਂ ਸਹੀ। ਸਾਹਿਬ ਰਿਟਨ ਗਰੰਟੀ ਦੇ ਰਹੇ ਨੇ, ਹੋਰ ਕੀ ਚਾਹੀਦਾ। ਰਿਟਨ ਗਰੰਟੀ ਦੇ ਰਹੇ ਨੇ। ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰਿਟਨ ਗਰੰਟੀ ਹੈ ਬੰਦਿਆ ਤੇਰੇ ਵਾਸਤੇ। ਅੱਜ ਬੰਦਿਆਂ ਨੂੰ ਨਾ ਬਿਨਾਂ ਗਰੰਟੀ ਤੋਂ ਸਾਧ ਸੰਗਤ ਕੋਈ ਚੀਜ਼ ਸਮਝ ਹੀ ਨਹੀਂ ਲੱਗਦੀ, ਸਮਝ ਹੀ ਲੱਗਦੀ। ਗਰੰਟੀ ਹੈ, ਪਹਿਲੇ ਪੁੱਛਦਾ ਗਰੰਟੀ ਹੈ, ਨਹੀਂ ਹੈ, ਨਹੀਂ ਲੈਣੀ, ਗਰੰਟੀ ਦੇ ਪਹਿਲੇ। ਸਾਹਿਬ ਕਹਿੰਦੇ ਲੈ ਲਿਖ ਕੇ ਤੈਨੂੰ ਦੇਣਾ ਵਾ। ਆਖੋ ਸਤਨਾਮ ਵਾਹਿਗੁਰੂ। ਲਿਖ ਕੇ ਤੈਨੂੰ ਦੇਣਾ, ਤੈਨੂੰ ਹੋਰ ਗਰੰਟੀ ਕਿਹੜੀ ਚਾਹੀਦੀ। ਜਿਸ ਸਿਮਰਤ ਦੁੱਖ, ਗੁਰੂ ਤੇਰੇ ਦੁੱਖ ਲੈ ਲੈਣਗੇ, ਤੇਰੀ ਝੋਲੀ 'ਚ ਹਰ ਕਿਸਮ ਦਾ ਸੁੱਖ ਪਾ ਦੇਣਗੇ। ਕੀ ਮਾਨਸਿਕ ਸੁੱਖ, ਕੀ ਅਧਿਆਤਮਕ ਸੁੱਖ, ਕੀ ਸਰੀਰਕ ਸੁੱਖ, ਕੀ ਸੰਸਾਰਿਕ ਸੁੱਖ, ਹਰ ਸੁੱਖ ਤੇਰੀ ਝੋਲੀ 'ਚ। ਪਰ ਜਿਸ ਸਿਮਰਤ, ਪੌੜੀ ਤਾਂ ਚੜ, ਪੌੜੀ ਤਾਂ ਚੜ। ਇਹ ਘਰ ਹੀ ਐਸਾ ਹੈ ਜੀ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਆਂਦਾ ਤਾਂ ਬੰਦਾ ਦੁਖੀ ਹੈ, ਰੋਂਦਾ ਹੋਇਆ ਆਂਦਾ, ਰੋਂਦਾ ਜਾਂਦਾ ਨਹੀਂ ਇਸ ਦਰ ਤੋਂ, ਰੋਂਦਾ ਜਾਂਦਾ ਨਹੀਂ। ਦੁੱਖ ਤੇਰੇ ਰੱਖ ਲੈਂਦੇ ਨੇ ਤੇ ਖੇੜੇ ਤੇ ਖੁਸ਼ੀਆਂ ਦੇ ਦਿੰਦੇ। ਭਾਈ ਗੁਰਦਾਸ ਜੀ ਕਹਿੰਦੇ ਮੇਰੇ ਸਤਿਗੁਰ ਕੈਸੇ ਨੇ, ਕਹਿੰਦੇ ਐਸੇ ਸੂਰਮੇ ਐਸੇ ਬਲੀ ਨੇ, ਕਹਿੰਦੇ ਦੁੱਖ ਲੈ ਲੈਂਦੇ ਨੇ, ਦੁੱਖ ਲੈ ਲੈਂਦੇ ਨੇ, ਹਰ ਸੁੱਖ ਤੇਰੀ ਝੋਲੀ 'ਚ ਪਾ ਦਿੰਦੇ ਨੇ। ਆਖੋ ਸਤਨਾਮ ਵਾਹਿਗੁਰੂ। ਕਿਵੇਂ ਮੇਰੇ ਸਤਿਗੁਰ ਕਿਵੇਂ ਕਹਿ ਰਹੇ ਨੇ। ਜਿਸ ਸਿਮਰਤ ਦੁੱਖ ਕੋਈ ਨਾ ਲਾਗੇ, ਜਿਸ ਸਿਮਰਤ ਦੁੱਖ ਕੋਈ ਨਾ ਲਾਗੇ। ਪਾਵ ਜਲ ਪਾਰ ਉਤਾਰਾ, ਪਾਵ ਜਲ ਪਾਰ ਉਤਾਰਾ। ਹਾਂਜੀ ਪਾਵ ਜਲ ਪਾਰ ਉਤਾਰਾ, ਪਾਵ ਜਲ ਪਾਰ ਉਤਾਰਾ। ਬਾਬੁਲ ਮੇਰਾ ਵੱਡ ਸਮਰਤਾ, ਬਾਬੁਲ ਮੇਰਾ ਵੱਡ ਸਮਰਤਾ। ਆਦ ਜੁਗਾਦ ਭਗਤਨ ਕਾ ਰਾਖਾ, ਜੁਗਾਦ ਭਗਤਨ ਕਾ ਰਾਖਾ। ਉਸਤਤ ਕਰ ਕਰ ਜੀਵਾ, ਉਸਤਤ ਕਰ ਕਰ ਜੀਵਾ, ਉਸਤਤ ਕਰ ਕਰ ਜੀਵਾ। ਉਸਤਤ ਕਰ ਕਰ ਜੀਵਾ। ਨਾਨਕ ਨਾਮ ਮਹਾਰਸ ਮੀਠਾ, ਨਾਨਕ ਨਾਮ ਮਹਾਰਸ ਮੀਠਾ।
भगतन का राखा, उस्तद कर कर जीवा अरे बोलो आज जुगाद भगतन का राखा, ओ सत्कार कर फिर कमांगे ना बाबुल मेरा वट समरथा, बाबुल मेरा वट समरथा, कर्ण कारण प्रभहारा, कर्ण कारण प्रभहारा, कर्ण कारण प्रभहारा, करण कारण प्रभहारा, करण कारण प्रभहारा, करण कारण प्रभहारा, बाबुल मेरा वट समरथा, बाबुल मेरा वट समरथा, बाबुल मेरा, बाबुल मेरा, मेरा मेरा मेरा, बाबुल बाबुल। तन श्री गुरु हर कृष्ण जी, धन श्री गुरु हर कृष्ण जी, तन श्री गुरु हरे कृष्ण जी, धन श्री गुरु हरे कृष्ण जी, बाबुल मेरा वट समरथा, बाबुल मेरा वट समरथा, सब ते वट समरथ गुरुदेव, सब ते वट समरथ गुरुदेव, समरथ गुरुदेव, समरथ गुरुदेव, समरथ गुरुदेव, समरथ गुरुदेव, सब ते वट समरथ गुरुदेव, सबते वट समरथ गुरुदेव, सब सुख पाई तिसकी सेव, सब सुख पाई तिसकी सेव, जाता किया सब किछ होए, जाता किया सब किछ होए, इसका अमर न मेटे कोए, इसका अमर न मेटे कोई, समरथ गुरुदेव, समरथ गुरुदेव, समरथ गुरुदेव, समरथ गुरुदेव, सतगुर मेरा वट समरथा, सतगुर मेरा वट समरथा, जिए संभाली सब दुख लथा, जिए समाई सब दुख कमांगे ना। लगा, समरथ गुरुदेव, समरथ गुरुदेव, समरथ गुरुदेव, समरथ गुरुदेव, सतगुर मेरा सर्व प्रतपाल, सतगुर मेरा मार दीवाल, सतगुर मेरा मार जीवाल, समरथ गुरुदेव, सतगुर मेरे की वड्याई, सतगुर मेरे की वड्याई, प्रगट पई है सब नी जाइयो, प्रगट पई है सब नी जाई, मान नाल बोलो, मान नाल, सम
ਸਮਰੱਥ ਗੁਰਦੇਵ ਸਮਰੱਥ ਗੁਰਦੇਵ ਸਮਰੱਥ ਗੁਰਦੇਵ ਸਮਰੱਥ ਗੁਰਦੇਵ ਸੂਕੇ ਹਰੇ ਕੀਏ ਖਿਨ ਮਾਹੇ ਖਿਨ ਮਾਹੇ ਖਿਨ ਮਾਹੇ ਖਿਨ ਖਿਨ ਮੌਜ ਤੇ ਆ ਜਾਣ ਮੌਜ ਖਿਨ ਮਾਹੇ ਖਿਨ ਦੀ ਖੇਡ ਹੈ ਖਿਨ ਦੀ ਮੌਜ ਜੇ ਆ ਜਾਣ ਸਤ ਤੇਰੀ ਭਗਤੀ ਤੇਰੀ ਸ਼ਰਧਾ ਤੇ ਦਿਆਲ ਹੋ ਜਾਣ ਗੁਰੂ ਖਿਨ ਦੀ ਖੇਡ ਮਾਲਕਾ ਤੇਰੇ ਲਈ ਖਿਨ ਦੀ ਖੇਡ ਜਿਹੜੇ ਸੁੱਕ ਚੁੱਕੇ ਨੇ ਸੁੱਕ ਕਈ ਸਰੀਰਕ ਰੋਗ ਕਰਕੇ ਸੁੱਕ ਜਾਂਦੇ ਬਿਮਾਰੀ ਨਹੀਂ ਪਕੜੀ ਜਾਂਦੀ ਜਿਹਦੀ ਬਿਮਾਰੀ ਪਕੜੀ ਜਾਵੇ ਡਾਕਟਰ ਕਹਿੰਦਾ ਵੱਡੇ ਭਾਗ ਤੇਰੇ ਬਿਮਾਰੀ ਪਕੜੀ ਗਈ ਇਲਾਜ ਹੋ ਜੂ ਜਿਹਦੀ ਬਿਮਾਰੀ ਨਾ ਪਕੜੀ ਜਾਵੇ ਸਾਧ ਸੰਗਤ ਬਹੁਤ ਖਤਰਨਾਕ ਕੰਮ ਹੈ ਡਾਇਗਨੋਸ ਨਹੀਂ ਹੋ ਰਿਹਾ ਬਿਮਾਰੀ ਡਾਇਗਨੋਸ ਨਹੀਂ ਹੋ ਰਹੀ ਤੇ ਅੱਗੇ ਹੁਣ ਇਲਾਜ ਕਿਸ ਚੀਜ਼ ਦਾ ਕਈ ਵਾਰੀ ਬਿਮਾਰੀ ਕਰਕੇ ਕੋਈ ਤਨ ਤੋਂ ਸੁੱਕਦਾ ਜਾਂਦਾ ਹੈ ਤੇ ਕਈ ਵਾਰੀ ਸਾਧ ਸੰਗਤ ਅੰਦਰੋਂ ਖੇੜੇ ਕਰਕੇ ਆਨੰਦ ਕਰਕੇ ਆਤਮਕ ਸੁੱਖ ਕਰਕੇ ਕੋਈ ਸੁੱਕਦਾ ਜਾਂਦਾ ਹੈ ਆਤੋ ਸਤਨਾਮ ਵਾਹਿਗੁਰੂ ਅੱਜ ਸਭ ਕੁਝ ਹੈ ਬੰਦੇ ਕੋਲ ਮਾਇਆ ਹੈ ਗੱਡੀ ਹੈ ਸ਼ੌਹਰਤ ਹੈ ਸਭ ਪਰ ਫਿਰ ਵੀ ਸੁੱਕਿਆ ਪਿਆ ਹਰਿਆਵਲ ਹੈ ਹੀ ਨਹੀਂ ਅੰਦਰ ਖੇੜਾ ਹੈ ਹੀ ਹੱਸ ਰਿਹਾ ਬਾਹਰੋਂ ਬਾਹਰੋਂ ਹਰ ਵੇਲੇ ਤਕਲੀਫ 'ਚ ਰਹਿੰਦਾ ਹਰ ਵੇਲੇ ਇੱਕ ਦਰਦ 'ਚ ਰਹਿੰਦਾ ਹਰ ਵੇਲੇ ਕਲਪਿਆ ਰਹਿੰਦਾ ਕਿਉਂ ਖੇੜਾ ਹੈ ਹੀ ਨਹੀਂ ਖੇੜਾ ਖੇੜੇ ਦੇ ਮਾਲਕ ਧੰਨ ਗੁਰੂ ਨਾਨਕ ਕੋਲ ਕਦੇ ਬਹਿ ਤਾਂ ਸਹੀ ਕਦੇ ਬਹਿ ਤਾਂ ਸਹੀ ਸਿੱਖਾ ਗੁਰੂ ਹਰਕ੍ਰਿਸ਼ਨ ਸਾਹਿਬ ਕੋਲ ਬਹਿ ਤਾਂ ਸਹੀ ਤੇ ਸਾਹਿਬ ਕਹਿੰਦੇ ਨੇ ਜਿਹੜਾ ਬਹਿ ਗਿਆ ਸੂਕੇ ਹਰੇ ਕੀਏ ਖਿਨ ਮਾਹੇ ਸੂਕੇ ਹਰੇ ਕੀਏ ਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਅੰਮ੍ਰਿਤ ਦ੍ਰਿਸ਼ਟ ਸੰਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਕਾਟੇ ਕਸ਼ਟ ਪੂਰੇ ਗੁਰਦੇਵ ਕਾਟੇ ਕਸ਼ਟ ਪੂਰੇ ਗੁਰਦੇਵ ਕਾਟੇ ਕਸ਼ਟ ਪੂਰੇ ਗੁਰਦੇਵ ਵਾਹਿਗੁਰੂ 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 ਬੋਲ ਕੇ ਬੋਲੋ ਵਾਹਿਗੁਰੂ ਵਾਹਿਗੁਰੂ ਹਾਂਜੀ ਵਾਹਿਗੁਰੂ 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 ਕਸ਼ਟ ਪੂਰੇ ਗੁਰਦੇਵ ਗੁਰਦੇਵ ਕਹਿੰਦੇ ਕਿਹੜੇ ਕਸ਼ਟ ਨਹੀਂ ਕਿਹੜੇ ਕਸ਼ਟ ਇੱਕ ਵਾਰੀ ਪਿਆਰ ਦੇ ਨਾਲ ਇੱਕ ਵਾਰੀ ਅਦਬ ਦੇ ਨਾਲ ਇੱਕ ਵਾਰੀ ਸ਼ਰਧਾ ਦੇ ਨਾਲ ਬਸ ਬਹਿਣਾ ਆ ਜਾਏ ਮੈਨੂੰ ਬਖਸ਼ ਲੈਣਾ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਹੈ ਸੱਚ
ਕਈਆਂ ਨੂੰ ਕੋੜੀ ਲੱਗੇਗੀ ਪਰ ਹੈ ਸੱਚ। ਉਦੋਂ ਸਾਧ ਸੰਗਤ ਢਹਿ ਕੇ ਆਨੇ ਆ ਜਦੋਂ ਸਾਰੇ ਪਾਸੋਂ ਥੱਕ ਜਾਂਦੇ ਆ। ਆਖੋ ਸਤਿਨਾਮ ਵਾਹਿਗੁਰੂ। ਉਦੋਂ ਢਹਿ ਕੇ ਆਨੇ ਜਦੋਂ ਸਭ ਦਰਵਾਜ਼ੇ ਬੰਦ ਹੋ ਜਾਣ। ਫਲਾਣਾ ਡਾਕਟਰ ਹਾਰ ਗਿਆ, ਫਲਾਣਾ ਡਾਕਟਰ ਹਾਰ ਗਿਆ, ਫਲਾਣਾ ਡਾਕਟਰ। ਫਿਰ ਛੱਡੋ ਜੀ ਡਾਕਟਰਾਂ ਨੂੰ, ਤੰਤਰ ਮੰਤਰ ਵਾਲਾ ਹਾਰ ਗਿਆ, ਪੰਡਤ ਹਾਰ ਗਿਆ, ਬਾਹਮਣ ਹਾਰ ਗਿਆ, ਫਲਾਣਾ ਹਾਰ ਗਿਆ। ਫਿਰ ਕੋਈ ਦਰ ਨਹੀਂ ਛੱਡਦੇ, ਕੋਈ ਦਰ ਨਹੀਂ ਛੱਡਦੇ। ਫਿਰ ਅਖੀਰ 'ਚ ਯਾਦ ਆਂਦੀ ਹੈ ਆ ਪਿਆਰਾ। ਆਖੋ ਸਤਿਨਾਮ। ਫਿਰ ਐ ਲੰਬੀਆਂ ਡੰਡੋਤਾਂ ਕਰਦੇ ਆ, ਪਾਤਸ਼ਾਹ ਆਇਓ ਤੁਹਾਰੇ ਦੀਵਾਰ। ਆਖੋ ਸਤਿਨਾਮ। ਫਿਰ ਕਹਿੰਦੇ ਆ ਸਗਲ ਦੀਵਾਰ ਕੋ ਛੱਡ ਕੇ ਇਹੋ ਦੀਵਾਰ। ਪਹਿਲੇ ਕਿਉਂ ਨਹੀਂ ਆਏ? ਪਹਿਲੇ ਕਿਉਂ ਨਹੀਂ ਆਏ? ਪੈਂਦੇ ਸੱਟੇ ਕਿਉਂ ਨਹੀਂ? ਪੈਂਦੇ ਸੱਟੇ ਦਾ ਮਤਲਬ ਹੁੰਦਾ ਖੜੇ ਪੈਰ ਅਗਰ ਮੁਸੀਬਤ ਆ ਗਈ, ਭਜਦੇ ਗੁਰੂ ਦੇ ਕੋਲ ਕਿਉਂ ਨਹੀਂ ਆਏ? ਕਿਉਂ ਨਹੀਂ ਆਏ? ਸਿਆਣਿਆਂ ਕੋਲ ਭੱਜੀ ਫਿਰਦੇ ਆ, ਉਹਦੇ ਕੋਲ ਭੱਜੀ ਫਿਰਦੇ। ਜੇ ਸਿਆਣਾ ਅਗਰ ਤੁਹਾਨੂੰ ਮਾਲਦਾਰ ਕਰ ਸਕਦਾ ਤੇ ਉਹਨੂੰ ਅੱਜ ਹੱਥ ਵੇਖਣ ਦੀ ਲੋੜ ਨਾ ਪੈਂਦੀ, ਉਹ ਮਾਲਦਾਰ ਬਣਿਆ ਹੁੰਦਾ। ਆਖੋ ਸਤਿਨਾਮ। ਪਾਗਲ ਬਣਾਈ ਜਾਂਦੇ ਨੇ ਸਤਿਸੰਗ। ਕਾਟੇ ਕਸ਼ਟ ਪੂਰੇ ਗੁਰਦੇਵ। ਬਸ ਇਸ ਘਰ 'ਚ ਸਾਧ ਸੰਗਤ ਗੱਲ ਹੀ ਅਕੀਦੇ ਦੀ ਹੈ। ਬਸ ਤੇਰਾ ਗਾਇਆ ਅਕੀਦੇ 'ਚ, ਤੇਰਾ ਪੜਿਆ ਅਕੀਦੇ 'ਚ, ਤੇਰਾ ਸੁਣਿਆ ਅਕੀਦੇ 'ਚ, ਤੇਰਾ ਸੁਣਾਇਆ ਅਕੀਦੇ। ਪ੍ਰਮਾਣ ਟਿਕ ਜਾਈਏ, ਬਸ ਇੱਕ ਵਾਰੀ ਟਿਕ ਜਾਈਏ। ਆ ਭੈਣ ਜੀ ਬੈਠੇ ਨੇ ਸਾਹਮਣੇ, ਇਹਨਾਂ ਦੇ ਘਰ ਦੇ ਹਸਬੈਂਡ ਵੀਰ ਜੀ ਸਾਡੇ ਸਰਦਾਰ ਜਸਬੀਰ ਸਿੰਘ ਜੀ। ਮੈਂ ਬੜੀਆਂ ਥਾਵਾਂ ਤੇ ਸਾਧ ਸੰਗਤ, ਬੜੀਆਂ ਥਾਵਾਂ ਤੇ, ਬੜੀਆਂ ਸਟੇਜਾਂ ਤੇ ਮੈਂ ਆ ਚੀਜ਼ ਲਾਈ ਔਰ ਡੰਕੇ ਦੀ ਚੋਟ 'ਚ ਲਾਈ। ਬੜੀ ਬਖਸ਼ਿਸ਼ ਹੈ ਗੁਰੂ ਨਾਨਕ ਸਾਹਿਬ ਜੀ ਦੀ ਵੀਰ ਜੀ ਦੇ ਉੱਪਰ, ਭੈਣ ਜੀ ਦੇ ਉੱਪਰ। ਤਕਰੀਬਨ 2001 ਦੇ ਵਿੱਚ ਮੇਰਾ ਇਹਨਾਂ ਦਾ ਮੇਲ ਹੋਇਆ ਸੀ। ਜੋ ਇਹ ਤੁਸੀਂ ਹਸਪਤਾਲ ਸਾਧ ਸੰਗਤ ਸੁਣਦੇ ਹੋ, ਵੇਖਦੇ ਹੋ, ਲੁਧਿਆਣੇ ਚੱਲ ਰਹੇ ਨੇ 3-3, ਉਹਦਾ ਇੱਕ ਦਿੱਲੀ ਯੂਨਿਟ ਵੀ ਚੱਲ ਰਿਹਾ ਇੱਥੇ, ਦਿੱਲੀ ਯੂਨਿਟ। ਤੇ ਆ ਕਮਾਲ ਸੇਵਾ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ, ਮੇਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਸਿਰ ਤੇ ਹੱਥ ਰੱਖ ਕੇ ਲੈ ਰਹੇ। ਇੱਥੋਂ ਡੋਨਰਸ਼ਿਪ ਕਲੈਕਟ ਹੁੰਦੀ, ਕੀਰਤਨ ਕਰਦੇ ਆ ਜੱਥਾ। ਕੀਰਤਨ ਇੱਥੇ ਕੀਰਤਨੀ ਜੱਥਾ ਬਣਿਆ, ਵੱਡੀਆਂ ਸਟੇਜਾਂ ਤੇ ਕੀਰਤਨ ਦਰਬਾਰ 'ਚ, ਘਰਾਂ 'ਚ। ਜੋ ਮਾਇਆ ਆਂਦੀ ਹੈ ਦਮੜਾ ਦਮੜਾ ਤੁਹਾਡਾ ਹਸਪਤਾਲਾਂ ਦੇ ਕਾਰਜਾਂ 'ਚ ਜਾਂਦਾ। ਕੋਈ ਸੌਖੀ ਗੱਲ ਨਹੀਂ, ਕੋਈ ਸੌਖੀ ਸੇਵਾ ਨਹੀਂ ਕਿ ਬਈ ਸੇਵਾ ਕਿਤੇ ਚਲਦੀ ਹੋਵੇ, ਕਿਤੇ ਬੰਦਾ ਤਨ ਮਾਰਦਾ ਹੋਵੇ। 2001 'ਚ ਵੀਰ ਜੀ ਦੇ ਨਾਲ, ਸਰਦਾਰ ਜਸਬੀਰ ਸਿੰਘ ਜੀ ਦੇ ਨਾਲ ਦਾਸ ਦਾ ਮੇਲ ਹੋਇਆ ਸੀ। ਉਹਨਾਂ ਨੇ ਮੈਨੂੰ ਬਚਨ ਸੁਣਾਇਆ ਸੀ ਜੀ। ਦਾਸ ਦੇ ਮੇਲ ਤੋਂ ਪਹਿਲਾਂ ਦੀ ਇਹ ਗੱਲ ਹੈ, ਕੋਈ ਹਾਦਸਾ ਹੋਇਆ ਉਹਨਾਂ ਦੇ ਨਾਲ, ਕੋਈ ਲੋਹੇ ਦੀ ਚੀਜ਼ ਸਾਧ ਸੰਗਤ ਅੰਦਰ ਚਲੀ ਗਈ ਪੇਟ ਦੇ। ਕੋਈ ਜੰਗਾਲ ਲੱਗਾ ਹੋਣਾ ਉਹਨੂੰ। ਹੁਣ ਕੋਈ ਜੰਗਾਲੀ ਚੀਜ਼ ਹੁਣ ਲੱਗ ਜੇ ਤੇ ਸੈਪਟਿਕ ਵੀ ਹੋ ਜਾਂਦਾ, ਅੰਦਰ ਇਨਫੈਕਸ਼ਨ ਵੀ ਹੋ ਜਾਂਦਾ। ਚਲੋ ਇਲਾਜ ਕਰਾਇਆ, ਸਭ ਸਫਾਈ ਸਫੂਈ ਹੋਈ ਅੰਦਰੋਂ, ਸਾਰਾ ਟਾਂਕੇ ਲਾਤੇ ਗਏ, ਚਲੋ ਹੋ ਗਿਆ ਕੰਮ ਖਤਮ ਹੋ ਗਿਆ। ਕੁਦਰਤ ਦੀ ਨੇਤ, ਕੁਝ ਸਾਧ ਸੰਗਤ ਦਿਨਾਂ ਬਾਅਦ ਵੀਰ ਜੀ ਨੇ ਦੱਸਿਆ, ਕਹਿੰਦੇ ਪਟਕ ਦੀ ਆਵਾਜ਼ ਆਈ, ਪਟਕ, ਪੇਟ ਫਟ ਗਿਆ, ਪਟਕ, ਅੰਦਰੋਂ ਪਾਕ, ਅੰਦਰੋਂ ਖੂਨ ਨਿਕਲਦਾ ਪਿਆ। ਔਰ ਕਹਿੰਦੇ ਵੀਰ ਜੀ ਤਰਮਚੀ ਭਰ ਗਈ, ਤਰਮਚੀ, ਐਡੀ ਤਰਮਚੀ। ਆ ਭੈਣ ਜੀ ਬੈਠੇ ਸਾਹਮਣੇ, ਪੁੱਛ ਲਓ, ਤਰਮਚੀ ਭਰ ਗਈ। ਕਹਿੰਦੇ ਹੈਰਾਨ ਹੋ ਗਏ ਸੀ, ਆਹ ਕੀ ਹੋ ਗਿਆ। ਭੱਜੇ ਡਾਕਟਰ ਕੋਲ, ਭੱਜੇ, ਇਹਨਾਂ ਦਾ ਜਿਹੜਾ ਸੀਗਾ ਡਾਕਟਰ ਉੱਥੇ, ਉਹ ਵੀ ਹੈਰਾਨ, ਇਹ ਕੀ ਗੱਲ ਬਣ ਰਹੀ। ਚਲੋ ਸਫਾਈ ਫਿਰ ਕੀਤੀ ਚੰਗੀ ਤਰ੍ਹਾਂ ਤੇ ਸਾਫ਼ ਕਰਕੇ ਸੀ ਦਿੱਤਾ। ਕੁਦਰਤ ਦੀ ਨੇਤ ਸਾਧ ਸੰਗਤ। ਫਿਰ ਇੱਕ ਵਾਰੀ ਬੈਠੇ ਤੇ ਪਟਕ ਦੀ ਆਵਾਜ਼। ਫਿਰ ਸਾਰਿਆਂ ਨੇ ਰਾਏ ਦਿੱਤੀ ਬਈ ਬਾਰ-ਬਾਰ ਇਹ ਕੀ ਹੋ ਰਿਹਾ ਭਾਈ, ਵੀ ਫਿਰ ਪਾਕ ਤੁਹਾਡੇ ਬਣ ਜਾਂਦੀ ਅੰਦਰ। ਇਹ ਲੱਖਾਂ ਚੋਂ ਸਾਧ ਸੰਗਤ ਕੋਈ ਇੱਕ ਅੱਧਾ ਬਦਨਸੀਬ ਕੇਸ ਹੁੰਦਾ, ਉਹ ਡਾਕਟਰ ਕਹਿੰਦਾ ਸੀ। ਕੋਈ ਲੱਖਾਂ ਚੋਂ ਕਿਸੇ ਬਹੁਤ ਹੀ ਮਾੜੀ ਕਿਸਮਤ ਹੋਵੇ ਤੇ ਇਹੋ ਜਿਹਾ ਕੇਸ ਬਣ ਜਾਂਦਾ। ਪਟਕ ਦੀ ਆਵਾਜ਼ ਆ ਗਈ, ਫਿਰ ਪੇਟ ਫਟ ਗਿਆ। ਉਹ ਸਾਰੇ ਕਹਿਣ ਲੱਗੇ, ਕਹਿੰਦੇ ਤੁਸੀਂ ਐਵੇਂ ਡਾਕਟਰਾਂ ਕੋਲ, ਇੱਧਰ ਤੁਸੀਂ ਏਮਸ ਚੱਲੋ,
ਆਲ ਇੰਡੀਆ ਮੈਡੀਕਲ ਇੰਸਟੀਚਿਊਟ। ਉੱਥੇ ਜਾ ਕੇ ਤੁਸੀਂ ਦਿਖਾਓ, ਚੰਗਾ ਹਸਪਤਾਲ ਹੈ, ਉੱਥੇ ਡਾਕਟਰ ਚੰਗੇ ਨੇ, ਤੁਸੀਂ ਐਵੇਂ ਖਾਮਖਾ ਤੁਸੀਂ ਇੱਧਰ ਉੱਧਰ ਭਟਕਦੇ। ਚਲੋ ਉੱਧਰ ਦੌੜੇ। ਉਹਨਾਂ ਨੇ ਵੀ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤਸੱਲੀ ਕਰਕੇ ਸਾਥ ਸੰਗ ਦਵਾਈ ਦਿੱਤੀ, ਐਨ ਸੀ ਦਿੱਤਾ, ਚਲੋ ਹੋ ਗਿਆ ਕੰਮ। ਚੱਲਦਾ ਪਿਆ, ਬਹੁਤ ਦੁਖੀ ਹੋ ਗਏ। ਜਸਵੀਰ ਸਿੰਘ ਦੱਸਦੇ, ਕਹਿੰਦੇ ਮੈਂ ਇਹਦੇ ਕਰਕੇ ਬਹੁਤ ਦੁਖੀ ਹੋਇਆ ਸੀ। ਦਰਦ ਵੱਖਰਾ ਚੱਲਦੇ ਪਏ, ਦਵਾਈਆਂ ਵੱਖਰੀਆਂ ਚੱਲਦੇ, ਫਿਰ ਪਤਾ ਨਹੀਂ ਕਦੋਂ ਪਟਕ ਦੀ ਆਵਾਜ਼ ਆ ਜਾਂਦੀ ਸੀ, ਕਦੋਂ ਪਟਕ ਦੀ ਆਵਾਜ਼ ਆਉਂਦੀ। ਇੱਕ ਅੱਧੀ ਵਾਰੀ ਹੋਰ ਇਦਾਂ ਹੋਇਆ। ਜਦੋਂ ਬਹੁਤ ਦੁਖੀ ਹੋ ਗਏ ਨਾ, ਹੁਣ ਸੀਤਾ ਹੋਇਆ ਸਤਸੰਗ। ਇਨ ਬਿਟਵੀਨ ਇਸ ਜੋੜੇ ਦੀ ਸੇਵਾ ਉਦੋਂ ਹੁੰਦੀ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਿਰ ਤੇ ਹੱਥ ਰੱਖ ਕੇ ਸੇਵਾ ਲੈਂਦੇ ਸਨ, ਦੋਨੋਂ ਮੀਆਂ ਬੀਬੀ ਦੀ। ਇਹ ਘਰੋਂ ਤਾਰਿਆਂ ਦੀ ਛਾਂ 'ਚ ਨਿਕਲ ਜਾਂਦੇ ਬੰਗਲਾ ਸਾਹਿਬ। ਬੰਗਲਾ ਸਾਹਿਬ ਜਾਂਦੇ, ਔਰ ਗੁਰੂ ਨਾਨਕ ਨੇ ਇਹਨਾਂ ਨੂੰ ਸੇਵਾ ਕਿਹੜੀ ਦਿੱਤੀ ਸੀ? ਦੇਖੋ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ, ਆਮ ਅਸੀਂ ਕਿਹੜੀ ਸੇਵਾ ਲੈਂਦੇ ਹਾਂ? ਜਿੱਥੇ ਸਾਨੂੰ ਚਾਰ ਬੰਦੇ ਵੇਖਣ, ਆਖੋ ਸਤਿਨਾਮ, ਚਾਰ ਬੰਦੇ ਵੇਖਣ, ਝਾੜੂ ਮਾਰ ਰਹੇ, ਸੱਜਾ ਖਬਰ ਵੇਖਦਾ, ਮੈਨੂੰ ਕੋਈ ਵੇਖ ਲਵੇ, ਹਾਜ਼ਰੀ ਲੱਗ ਜਾਏ ਮੇਰੀ, ਕੋਈ ਵੇਖ ਲਵੇ, ਬਈ ਕੌਲੇ ਮਾਂਜਦਿਆਂ ਨੂੰ ਵੇਖ ਲਵੇ। ਇਹਨਾਂ ਨੇ ਸੇਵਾ ਫੜੀ ਜੀ ਫਲਸ਼ਾਂ ਸਾਫ਼ ਕਰਨ ਦੀ, ਆਖੋ ਸਤਿਨਾਮ, ਫਲਸ਼ਾਂ ਸਾਫ਼ ਕਰਨ ਦੀ, ਟੱਟੀਆਂ ਸਾਫ਼ ਕਰਨ ਦੀ। ਸਾਧ ਸੰਗਤ ਪੰਜਾਬੀ 'ਚ, ਠੀਕ ਹੈ, ਫਲਸ਼ਾਂ ਸਾਫ਼ ਕਰਨ ਦੀ ਸੇਵਾ ਕੋਈ ਸੌਖੀ ਬਾਤ ਨਹੀਂ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬਖਸ਼ਿਸ਼। ਘਰੋਂ ਇਹਨਾਂ ਨੇ ਜਾਣਾ, ਸਿੱਧਾ ਫਲਸ਼ਾਂ 'ਚ ਜਾਣਾ, ਤੇ ਜਿਸ ਦਿਨ ਮੰਨ ਲਓ ਫਲਸ਼ਾਂ ਵਾਹਵਾ ਗੰਦੀਆਂ ਹੋਣੀਆਂ, ਲਿਬੜੀਆਂ ਹੋਈਆਂ, ਕਈ ਵਾਰੀ ਚਲੋ ਸੰਗਤ ਉਦਾਂ ਦੀ ਆ ਜਾਂਦੀ ਲਿਬੜ, ਫਿਰ ਇਹ ਕਹਿੰਦੇ ਸਨ ਬਈ ਸੇਵਾ ਅੱਜ ਚੰਗੀ ਮਿਲੀ ਹੈ, ਆਖੋ ਸਤਿਨਾਮ, ਸੇਵਾ ਚੰਗੀ ਮਿਲੀ। ਮਤਲਬ ਏਦਾਂ ਆ ਰੁੱਖ ਹੋਣਾ ਚਾਹੀਦਾ ਸਿੱਖ ਦਾ। ਇਹਨਾਂ ਨੇ ਸਿੱਧਾ ਜਾਣਾ ਫਲਸ਼ਾਂ 'ਚ, ਫਲਸ਼ਾਂ ਸਾਫ਼ ਕਰਕੇ, ਭੈਣ ਜੀ ਨੇ ਬੀਬੀਆਂ ਵਾਲੇ ਪਾਸੇ, ਵੀਰ ਜੀ ਨੇ ਗੁਰਮੁਖਾਂ ਵਾਲੇ ਪਾਸੇ, ਫਿਰ ਆਣਾ ਸਣੇ ਕੇਸੀ ਇਸ਼ਨਾਨ ਕਰਕੇ। ਸਣੇ ਕੇਸੀ ਸੁੱਚੇ ਬਸਤਰ ਨਾਲ ਲੈ ਕੇ ਜਾਂਦੇ ਸਨ, ਉਹ ਪਾ ਕੇ ਦਰਬਾਰ 'ਚ ਜਾ ਕੇ ਨੇਮ ਕਰਨਾ, ਜੋ ਵੀ ਸੁਖਮਨੀ ਸਾਹਿਬ ਨਿਤਨੇਮ ਜਿੱਦਾਂ ਵੀ ਇਹਨਾਂ ਦਾ ਨੇਮ ਸੀ, ਉਹ ਨੇਮ ਕਰਕੇ ਕਹਿੰਦੇ ਫਿਰ ਅਸੀਂ ਜਾਂਦੇ ਸਾਂ ਜੋੜੇ ਖਾਨੇ। ਜੋੜੇ ਖਾਨੇ ਜਾ ਕੇ ਥੋੜੀ ਦੇਰ ਜੋੜੇ ਖਾਨੇ ਸੇਵਾ ਕਰਨੀ ਜੋੜਿਆਂ ਦੀ, ਫਿਰ ਘਰੇ ਆਣਾ, ਤਾਰਿਆਂ ਦੀ ਛਾਂ 'ਚ ਜਾਣਾ, ਤਾਰਿਆਂ ਦੀ ਛਾਂ 'ਚ ਵਾਪਸ ਆ। ਤਾਰਿਆਂ ਦੀ ਛਾਂ ਸਮਝਦੇ ਹੋ ਜੀ? ਰਾਤ ਨੂੰ ਜਾਣਾ ਅੰਮ੍ਰਿਤ ਵੇਲੇ, ਤੇ ਅੰਮ੍ਰਿਤ ਵੇਲੇ ਹੀ ਆ। ਕਹਿੰਦੇ ਹੁਣ ਇੱਕ ਦਿਨ ਜੋੜੇ ਖਾਨੇ ਖੜੇ ਆ, ਜਸਵੀਰ ਸਿੰਘ ਨੇ ਦੱਸਿਆ, ਜੋੜੇ ਖਾਨੇ ਕਹਿੰਦੇ ਮੈਂ ਖੜਾ ਤੇ ਸੇਵਾ ਕਰ ਰਹੇ ਆ, ਸੇਵਾ ਕਰਦਿਆਂ ਕਰਦਿਆਂ ਨੂੰ ਕਹਿੰਦੇ ਪਟਕ ਦੀ ਆਵਾਜ਼ ਆ ਗਈ। ਲਓ ਜੀ ਕੰਮ ਹੋ ਗਿਆ। ਫਿਰ ਪਟਕ ਦੀ ਆਵਾਜ਼ ਆ ਗਈ। ਜਸਵੀਰ ਸਿੰਘ ਕਹਿੰਦੇ ਮੈਂ ਸਮਝ ਗਿਆ ਜੀ ਬਈ ਆ ਕੰਮ ਹੋ ਗਿਆ। ਫਿਰ ਕਹਿੰਦੇ ਮੈਂ ਪਰਵਾਹ ਹੀ ਨਹੀਂ ਕੀਤੀ, ਜੋੜੇ ਚੁੱਕ ਸੇਵਾ ਕਰੀ ਜਾਓ। ਕਹਿੰਦੇ ਮੇਰਾ ਸਾਰਾ ਕੁੜਤਾ ਲਿਬੜਿਆ ਖੂਨ ਨਾਲ, ਪਾਕ ਨਾਲ। ਇਹ ਸੱਚਾਈ, ਮੈਂ ਕੋਈ ਕਹਾਣੀਆਂ ਨਹੀਂ ਸੁਣਾ ਰਿਹਾ, ਸੱਚਾਈ ਦੇਖੋ ਕਿੱਦਾਂ ਵਰਤਦੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਵਰਤਦੇ ਨੇ ਖਾਲੀ ਛੱਜੂ ਝੀਵਰ ਦੇ ਨਾਲ ਹੀ ਨਹੀਂ ਵਰਤੇ, ਜਸਵੰਤ ਰਾਏ ਚੋਰ ਦੇ ਨਾਲ ਨਹੀਂ ਵਰਤੇ, ਹਾਂਜੀ, ਜਜੀਏ ਦੇ ਨਾਲ ਨਹੀਂ ਵਰਤੇ। ਬੜੀਆਂ ਐਸੀਆਂ ਸਾਖੀਆਂ ਨੇ ਸਾਧ ਸੰਗਤ, ਜਿਹੜਾ ਬਸੰਤਰ ਕੌੜੀ ਸੀ ਉਹਦੇ ਨਾਲ ਨਹੀਂ ਵਰਤੇ, ਅੱਜ ਵੀ ਵਰਤਦੇ ਪਏ ਨੇ, ਆਖੋ ਸਤਿਨਾਮ। ਢਹਿ ਤਾਂ ਸਹੀ, ਢਹਿ ਤਾਂ ਸਹੀ। ਜਿਹੜੇ ਨਾਲ ਕੋਲ ਖੜੇ ਉਹਨਾਂ ਨੇ ਕਿਹਾ, ਕਹਿੰਦੇ ਜਸਵੀਰ ਖੂਨ ਨਿਕਲ ਰਿਹਾ ਤੇਰਾ, ਪਾਕ ਨਿਕਲ ਰਿਹਾ, ਖੂਨ ਨਿਕਲ। ਉਹ ਕਹਿੰਦੇ ਜੀ ਕੋਈ ਨਹੀਂ ਕੋਈ ਨਹੀਂ। ਉਹ ਕਹਿੰਦੇ ਯਾਰ ਕਮਾਲ ਕਰਦੇ, ਉਹਨਾਂ ਨੂੰ ਤਾਂ ਪਤਾ ਨਹੀਂ, ਇਹਨਾਂ ਦਾ ਹੁਣ ਰੂਟੀਨ ਦਾ ਕੰਮ ਸੀ, ਉਹਨਾਂ ਨੂੰ ਪਤਾ ਨਹੀਂ। ਉਹ ਕਹਿੰਦੇ ਕਮਾਲ ਕਰਦੇ। ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ, ਮੈਂ ਪਰੇਸ਼ਾਨ ਹੋ ਗਿਆ ਇਸ ਰੋਗ ਤੋਂ, ਬਸ ਚੱਲਣ ਦੇ, ਕੋਈ ਅੱਜ ਵੇਖੀ ਜਾਊਗੀ। ਸਾਰੇ ਕਹਿੰਦੇ ਦਿਮਾਗ ਖਰਾਬ ਹੈ ਬਈ, ਕਰੀ ਕੀ ਜਾਂਦਾ, ਖੂਨ ਨਿਕਲੀ ਜਾਂਦਾ ਤੇਰਾ, ਪਾਕ ਨਿਕਲ ਪਾਕ। ਕਹਿੰਦੇ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਇਆ ਜੀ, ਸੁਣੋ। ਕਹਿੰਦੇ ਪਤਾ ਨਹੀਂ ਮੇਰੇ ਦਿਮਾਗ 'ਚ ਕੀ ਆਇਆ। ਕਹਿੰਦੇ ਮੈਂ ਅੱਕ ਗਿਆ ਸੀ, ਘਰ ਦੀ ਮੇਰੀ ਬੱਚੇ, ਮਤਲਬ ਹੁਣ ਕਹਿੰਦਾ ਮੈਂ ਛੁਟਕਾਰਾ ਚਾਹੁੰਦਾ ਸੀ, ਜਾਂ ਠੀਕ ਹੋਵਾਂ ਜਾਂ ਇੱਕ ਬੰਨੇ ਲੱਗਾ। ਸਮਝ ਗਏ ਨਾ ਗੱਲ ਨੂੰ, ਬਈ ਇੱਕ ਬੰਨੇ ਲੱਗਾ ਜਾਂ ਇੱਧਰ ਲੱਗਾ ਜਾਂ ਅੱਤ ਹੋ ਗਈ ਹੁਣ ਤਾਂ ਇਹ ਰੋਗ ਦੀ। ਕਹਿੰਦੇ ਮੈਨੂੰ ਪਤਾ ਨਹੀਂ ਕੀ ਹੋਇਆ, ਉੱਥੇ ਜਿਹੜੀ ਚਰਨ ਧੂੜ ਪਈ, ਚਰਨ ਧੂੜ, ਕਹਿੰਦੇ ਮੈਂ ਉਹਨੂੰ ਚੁੱਕ ਕੇ ਜ਼ਖਮ ਦੇ ਵਿੱਚ ਧੂਸ ਦਿੱਤੀ, ਆਖੋ ਸਤਿਨਾਮ। ਸਿਆਣੇ ਬੈਠੇ ਹੋ, ਸਿਆਣੇ, ਹੈ ਤਾਂ ਮਿੱਟੀ ਹੈ ਜੀ, ਹੈ ਤਾਂ ਮਿੱਟੀ ਹੈ। ਦੇਖੋ ਗੱਲ ਭਾਵਨਾ ਦੀ ਹੈ ਜੀ,
ਮਿੱਟੀ ਤਾਂ ਸੜਕਾਂ ਦੇ ਵਿੱਚ ਵੀ ਰੁਲਦੀ ਪਈ ਹੈ, ਉਹਨੂੰ ਕੋਈ ਮਸਤਕ ਨੂੰ ਨਹੀਂ ਲਾਂਦਾ। ਇੱਥੇ ਦੀ ਮਿੱਟੀ ਨੂੰ ਝਰਨ ਧੂੜੀ ਕਹਿ ਕੇ ਮਸਤਕ ਨੂੰ ਲਾਂਦਾ। ਗੱਲ ਸ਼ਰਧਾ ਦੀ ਹੈ, ਗੱਲ ਸ਼ਰਧਾ। ਹਰਮੰਦਰ ਸਾਹਿਬ ਦਾ ਜਲ ਦੇਖਿਆ ਜਾਵੇ ਤਾਂ ਪਾਣੀ ਹੈ ਨਾ ਜੀ, ਜਲ। ਤੇਰੀ ਭਾਵਨਾ ਹੋਈ ਤੇ ਉਹ 36,000 ਰੋਗ ਦੂਰ ਕਰਨ ਵਾਲਾ ਜਲ ਬਣ ਸਕਦਾ। ਤੇਰੀ ਭਾਵਨਾ ਨਹੀਂ ਨਾ, ਪਾਣੀ ਹੈ ਤੇਰੇ ਵਾਸਤੇ, ਪਾਣੀ। ਗੱਲ ਜੋ ਸ਼ਰਧਾ ਕਰ ਸੇਵਤ, ਸ਼ਰਧਾ ਰੱਖ ਲੈ। ਬਾਬਾ ਜੀ ਬਚਨ ਕਰਦੇ ਸਨ, ਕਹਿੰਦੇ ਧੰਨਾ ਜੀ ਨੇ ਪੱਥਰ ਚੋਂ ਪ੍ਰਗਟ ਕੀਤਾ। ਦੱਸੋ, ਧੰਨਾ ਜੀ ਨੇ ਪੱਥਰ ਚੋਂ ਪ੍ਰਗਟ ਨਹੀਂ, ਧੰਨਾ ਜੀ ਨੇ ਸ਼ਰਧਾ ਚੋਂ ਪ੍ਰਗਟ ਕੀਤਾ। ਆਖੋ ਸਤਨਾਮ ਵਾਹਿਗੁਰੂ। ਧੰਨਾ ਜੀ ਨੇ ਸ਼ਰਧਾ ਚੋਂ ਪ੍ਰਗਟ ਕੀਤਾ, ਭਾਵਨਾ ਚੋਂ ਪ੍ਰਗਟ ਕੀਤਾ। ਕਹਿੰਦੇ ਉਹ ਸਾਲਗ੍ਰਾਮ ਤਾਂ ਬਾਹਮਣ ਕੋਲ ਵੀ ਸੀ, ਤਰਲੋਚਨ ਨੇ ਪੰਡਤ ਨੇ ਦਿੱਤਾ ਸੀ ਖੇੜਾ ਛੁਡਾਉਣ ਦੇ ਲਈ, ਪਿੱਛਾ ਛੁਡਾਉਣ। ਉਹ ਤੂੰ ਜਾ ਯਾਰ, ਇੱਕ ਲਵੇਰੀ ਗਾਂ ਲੈ ਕੇ ਉਹ ਜੱਟ ਨੂੰ ਤੋੜ ਦਿੱਤਾ। ਸਿੱਧਾ ਸਾਦਾ ਜੱਟ ਲੁੱਟ ਲਿਆ ਜੱਟ ਨੂੰ। ਉਹ ਪੱਥਰ ਉਹਦੇ ਕੋਲ, ਉਹ ਪੱਥਰ ਇਹਦੇ ਕੋਲ। ਕਹਿੰਦੇ ਆਹ ਕੀ ਹੈ? ਜੱਟ ਨੇ ਪੁੱਛਿਆ ਆਹ ਕੀ? ਕਹਿੰਦੇ ਇਹੀ ਰੱਬ ਭਗਵਾਨ ਹੀ ਪੂਜੀ ਜਾ। ਉਹਨੇ ਤਾਂ ਕਮਲਾ ਬਣਾਇਆ, ਹੁਣ ਪਾਗਲ ਸ਼ਦਾਈ ਬਣਾਇਆ ਉਹਨੇ, ਪਰ ਉਹ ਸੀ ਭੋਲਾ। ਆਖੋ ਸਤਨਾਮ। ਮੇਰੇ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ, ਪੜ੍ਹ ਲਓ ਇੱਕ ਵਾਰ ਸਾਹਿਬ ਜੀ। ਭੋਲਾ ਪਾ ਗੋਬਿੰਦ ਮਿਲਾਵੇ, ਓ ਭੋਲਾ ਪਾ ਗੋਬਿੰਦ ਮਿਲਾਵੇ। ਹੁਣ ਸਾਰੀ ਸੰਗਤ ਜੀ ਭੋਲਾ, ਖੁੱਲ ਕੇ ਸ਼ਰਮ ਨਾ ਕਰ, ਖੁੱਲ ਕੇ ਬੋਲ, ਫਿਰ ਬੋਲ ਭੋਲਾ। ਮੈਂ ਪਹਿਲੇ ਅਰਜ਼ ਕੀਤੀ ਸੀ ਜੀ, ਸ਼ਰਮ ਨੂੰ ਬਾਹਰ ਲਾ ਕੇ ਆਓ। ਇੱਥੇ ਤਾਂ ਨਾਚ ਰੇ, ਮਨ ਗੁਰ ਕੇ ਆ ਗਏ। ਆਪੋ ਸਤਨਾਮ। ਇੱਥੇ ਤਾਂ ਮਨ ਨੂੰ ਨਚਾਓ, ਖੇੜੇ 'ਚ ਆਨੰਦ 'ਚ ਮੌਜ ਜੀ। ਭੋਲਾ ਇੱਕ ਵਾਰੀ ਦਾਸ, ਇੱਕ ਵਾਰ ਜਥਾ, ਤੀਜੇ ਹਿੱਸੇ 'ਚ ਸਾਧ ਸਾਰੀ ਸੰਗਤ, ਬੀਬੀਆਂ, ਗੁਰਮੁਖ ਪਿਆਰੇ ਵੀਰ, ਸਾਰੇ ਸਾਰੇ ਬੋਲੇ ਹੁਣ ਭੋਲਾ ਭਾ ਗੋਬਿੰਦ ਮਿਲਾਵੇ, ਭੋਲਾ ਭਾ ਗੋਬਿੰਦ ਮਿਲਾਵੇ, ਭੋਲਾ ਬਲਹਾਰ। ਫਿਰ ਬੋਲੋ ਚਤਰਾਈ ਸਿਆਣਪਾਂ ਕਿਤੇ ਕਾਮ ਨਾ ਆਈ, ਕਿਤੇ ਕਾਮ ਨਾ ਆਈ। ਸਾਹਿਬ ਕਹਿੰਦੇ ਨੇ ਗੁਰ ਕੀ ਮਤ ਤੂੰ ਲੈ ਇਆਣੇ। ਇਆਣਾ ਬਣ, ਬੱਚਾ ਇਆਣਾ ਹੁੰਦਾ, ਬਾਲ ਬੁੱਧ। ਇੱਕ ਥਾਂ ਤੇ ਮੇਰੇ ਸਤਿਗੁਰ ਕਹਿੰਦੇ ਤੰਨਾ ਸੇਵਿਆ ਤੰਨਾ ਸੇਵਿਆ ਬਾਲ ਬੁੱਧ। ਕਹਿੰਦੇ ਸਾਹਿਬ ਕਹਿੰਦੇ ਨੇ ਧੰਨਾ ਜੀ ਨੇ ਕਿਉਂ ਪਾਲਿਆ? ਕਿਉਂ? ਕਹਿੰਦੇ ਬਾਲ ਬੁੱਧ ਨਾਲ ਸੇਵਿਆ, ਬੱਚੇ ਬੁੱਧ ਦੇ ਨਾਲ। ਬੱਚੇ ਸਿਆਣਪ ਨਹੀਂ ਹੁੰਦੀ, ਬੱਚੇ ਨੂੰ ਜੋ ਕਹਿ ਦਿਓ ਬਸ ਆ ਕਰਨਾ ਹੈ, ਉਹ ਇਹ ਨਹੀਂ ਕੁਐਸਚਨ ਕਰਦਾ ਕਿਉਂ, ਕੀ ਰਿਜ਼ਲਟ ਨਿਕਲੇਗਾ, ਕਿੱਦਾਂ ਨਿਕਲੇਗਾ, ਠੀਕ ਹੈ ਨਹੀਂ ਹੈ। ਉਹ ਨਾ 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 ਨਾ, ਉਹ ਲੱਗਿਆ ਰਹਿੰਦਾ ਬੱਚਾ, ਬਸ ਕਹਿ ਦਿਓ ਕਰਨਾ ਤੇ ਕਰਨਾ। ਤਾਂ ਹੀ ਸਾਹਿਬ ਕਹਿੰਦੇ ਤੰਨਾ ਸੇਵਿਆ ਬਾਲ ਬੁੱਧ, ਬਾਲ ਬੁੱਧ। ਇਹ ਪੜ੍ਹਾਈ ਇੱਥੇ ਸ਼ਰਧਾ ਦੀ, ਅਕੀਦੇ ਦੀ, ਸੱਸ ਅਕੀਦੇ ਦੀ। ਉਹ ਗੁਰੂ ਕੇ ਪਿਆਰੇ ਹੈਗੇ, ਚਰਨ ਧੂੜੀ ਲਈ ਜ਼ਖਮ ਦੇ ਵਿੱਚ ਧੂਸ ਦਿੱਤੀ। ਕਹਿੰਦੇ ਐਡੀ ਮੇਰੀ ਉਂਗਲ ਅੰਦਰ ਚਲੀ ਜਾਂਦੀ ਸੀ ਸੁੱਖਾਂ ਦੇ ਨਾਲ। ਸਾਧ ਸੰਗਤ ਹੁੰਦੀ, ਉਹਨਾਂ ਦੀ ਉਂਗਲਾਂ ਵੀ ਬਾਵਾ ਵੱਡੀਆਂ, 6.25 ਫੁੱਟ 6.25 ਫੁੱਟ ਕੱਦ ਉਹਨਾਂ ਦਾ, ਚੰਗਾ ਗੁਰੂ ਦੀ ਕਿਰਪਾ। ਕਹਿੰਦੇ ਐਡੀ ਐਡੀ ਉਂਗਲ, ਕਹਿੰਦੇ ਜ਼ਖਮ ਅੰਦਰ ਚਲੀ ਜਾਂਦੀ। ਤੇ ਕਹਿੰਦੇ ਜਦੋਂ ਧੂੜੀ ਧੂਸਤੀ ਤੇ ਕਹਿੰਦੇ ਹੱਥ ਬੰਨ ਕੇ ਸੀਸ ਨਿਵਾ ਕੇ ਅਰਦਾਸ ਕਰਤੀ, ਮਾਲਕਾ ਮਾਰਨਾ ਹੈ ਮਾਰ ਲਈ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਤੇਰੇ ਦਰ ਤੇ ਖੜਾ, ਮਾਰਨਾ ਮਾਰ ਲਈ।
ਬਚਾਣਾ ਹੈ, ਬਚਾ ਲਈ। ਹੁਣ ਤੇਰੇ ਤੇ ਹੈ। ਅੱਜ ਤੋਂ ਬਾਅਦ ਇਸ ਰੋਗ ਦੀ ਦਵਾਈ ਮੈਂ ਡਾਕਟਰਾਂ ਕੋਲੋਂ ਨਹੀਂ ਲੈਣੀ। ਇਸ ਰੋਗ ਦੀ ਦਵਾਈ ਆ ਤੇਰੇ ਗੁਰਸਿੱਖਾਂ ਦੀ ਚਰਨ ਧੂੜੀ, ਆ ਦਵਾਈ ਮੈਂ ਲਾਇਆ ਕਰਨੀ। ਹੁਣ ਤੂੰ ਮਾਰਨਾ ਮਾਰ, ਤੂੰ ਜਵਾਣਾ ਜਵਾ, ਤੇਰੀ ਮਰਜ਼ੀ। ਹੁਣ ਤੇਰੀ ਮੌਜ ਦੇ ਉੱਪਰ ਨਿਰਭਰ ਹੈ। ਆਖੋ ਸਤਨਾਮ ਵਾਹਿਗੁਰੂ। ਬਈ ਵਾਹ, ਕਮਾਲ ਹੋ ਗਈ। ਸਿਰ ਧੜ ਦੀ ਬਾਜੀ ਲਾਤੀ। ਮਾੜਾ ਜਿਹਾ ਕੋਈ ਐਕਸੀਡੈਂਟ ਹੋਵੇ ਨਾ, ਸਭ ਤੋਂ ਪਹਿਲੇ ਡਾਕਟਰ ਜ਼ਖਮ ਸਾਫ਼ ਕਰਦਾ ਚੰਗੀ ਤਰ੍ਹਾਂ। ਇੱਕ ਮਿੱਟੀ ਦਾ ਕਣ ਨਾ ਰਹਿ ਜਾਏ, ਕਿਉਂਕਿ ਇੱਕ ਕਣ ਵੀ ਰਹਿ ਜਾਏ, ਸਿਆਣੇ ਹੋ ਤੁਸੀਂ ਜੀ, ਇੱਕ ਕਣ ਵੀ ਰਹਿ ਗਿਆ ਇਨਫੈਕਸ਼ਨ ਫਿਰ ਹੋ ਸਕਦਾ। ਮਿੱਟੀ ਨਹੀਂ ਅੰਦਰ ਰਹਿਣੀ, ਤੇ ਤਾਂ ਮਿੱਟੀ ਚੁੱਕ ਕੇ ਧੂਸ ਦਿੱਤੀ ਅੰਦਰ। ਮਾਰਨਾ ਮਾਰ, ਰੱਖਣਾ ਰੱਖ। ਬਸ ਕਹਿੰਦੇ ਬਹੁਤ ਹੋ ਗਿਆ, ਬਹੁਤ ਹੋ ਗਿਆ। ਕਹਿੰਦਾ ਚੁੱਕ ਕੇ ਮੈਂ ਬਸ ਕਪੜਾ ਬੰਨ ਦਿੱਤਾ, ਦੇਖੀ ਜਾਊਗੀ। ਸਾਰੇ ਦੇਖਣ ਵਾਲੇ ਹੈਰਾਨ ਹੋਏ, ਆ ਕੀ ਕੀਤੀ, ਆ ਕੀ ਕੀਤੀ। ਬਸ ਰੱਖਣਾ ਹੋਏਗਾ, ਬਾਲਾ ਪ੍ਰੀਤਮ ਰੱਖ ਲੈਣਗੇ। ਚੱਕਣਾ ਹੋਏਗਾ, ਬਸ ਚੱਕ ਲੈ। ਹੁਣ ਮਾਲਕਾ ਤੂੰ ਬਹੁਤ ਹੋ ਗਈ ਖੇਡ ਤੇਰੀ। ਆਖੋ ਸਤਨਾਮ, ਬਹੁਤ ਖੇਡ ਹੋ ਗਈ। ਸਾਧ ਸੰਗਤ ਹੁਣ ਰੋਜ਼ ਦੀ ਰੂਟੀਨ ਸੀ, ਰੋਜ਼ ਆ ਕੇ ਧੂੜੀ ਧੂਸ ਦੇਣ। ਸਾਧ ਸੰਗਤ ਉਸ ਧੂੜੀ ਨੇ ਪਤਾ ਕੀ ਕੰਮ ਕੀਤਾ? ਉਸ ਧੂੜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰ ਘਰ ਦੀ ਧੂੜੀ ਨੇ ਇੱਕ ਮਲਮ ਦਾ ਕੰਮ ਕੀਤਾ। ਆਖੋ ਸਤਨਾਮ। ਡਾਕਟਰ ਉਸ ਜ਼ਖਮ ਨੂੰ ਸੀਂਦੇ ਸਨ ਸੂਈ ਧਾਗੇ ਦੇ ਨਾਲ। ਔਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਜ਼ਖਮ ਨੂੰ ਸੀ ਦਿੱਤਾ ਗੁਰਸਿੱਖਾਂ ਦੇ ਚਰਨ ਧੂੜ ਦੇ ਨਾਲ। ਆਖੋ ਸਤਨਾਮ। ਸਤਿ ਸ੍ਰੀ ਅਕਾਲ। ਕੋਈ ਦਵਾਈ ਨਹੀਂ ਲਈ, ਕੋਈ ਦਵਾਈ ਨਹੀਂ ਲਈ। ਇੰਨਾ ਵੀ ਨੂੰਹ ਹੁਣ ਅੰਦਰ ਨਹੀਂ ਜਾਂਦਾ। ਔਰ ਸਰਦਾਰ ਜਸਵੀਰ ਸਿੰਘ ਹੁਣ ਵੀ ਹਾਜ਼ਰ ਜੇ। ਆਖੋ ਸਤਨਾਮ। ਇੱਕ ਦਿਨ ਮੈਂ ਲੈ ਗਿਆ ਸੀ ਸਾਧ ਸੰਗਤ ਬੰਬੇ, ਭੈਣ ਜੀ ਚਲੋ ਨਾਲ ਜਾਂਦੇ ਨੇ। ਮੈਂ ਉਹਨਾਂ ਨੂੰ ਕਿਹਾ ਚਲੋ ਤੁਸੀਂ ਨਾਲ ਚਲੋ। ਉਹਨਾਂ ਨੂੰ ਹੀ ਖੜਾ ਕਰਤਾ ਸਟਾਲ ਤੇ, ਬਾਹਰ ਸਟਾਲ ਲੱਗਾ ਹੁੰਦਾ, ਸਟਾਲ ਤੇ ਖੜਾ ਕਰਤਾ। ਉੱਪਰ ਅਸੀਂ ਕੀਰਤਨ ਖਾਰ ਗੁਰਦੁਆਰੇ ਦਾ ਜ਼ਿਕਰ ਹੈ ਜੀ। ਉੱਪਰ ਹਾਲ ਦੇ ਵਿੱਚ, ਤੁਸੀਂ ਜੇ ਬੰਬੇ ਗਏ ਹੋ ਆਪ ਨੂੰ ਪਤਾ ਹੋਏਗਾ, ਉੱਪਰ ਸਾਧ ਸੰਗਤ ਹਾਲ ਹੈ। ਤੇ ਕੀਰਤਨ ਦਾਸ ਨੇ ਆਹੀ ਵਿਸ਼ਾ ਲਾਇਆ ਗੁਰਸ਼ਰਦਾ ਦਾ। ਤੇ ਮੈਂ ਆਹ ਗਾਥਾ ਲਾਤੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਮਹਿਮਾ ਦੀ, ਜਸਵੀਰ ਸਿੰਘ ਦੀ। ਤੇ ਮੈਂ ਕਿਹਾ ਤੁਸੀਂ ਪੜ੍ਹੇ ਲਿਖੇ ਬੈਠੋ, ਸ਼ਾਇਦ ਤੁਹਾਨੂੰ ਯਕੀਨ ਕਰਨਾ ਮੁਸ਼ਕਲ ਹੋਵੇ। ਜਿਸ ਜਸਵੀਰ ਸਿੰਘ ਦੀ ਮੈਂ ਗੱਲ ਸੁਣਾਈ, ਮੈਂ ਕਿਹਾ ਨੀਚੇ ਸਟਾਲ 'ਚ ਖੜੇ ਨੇ, ਜਾ ਕੇ ਪੁੱਛ ਲਿਓ। ਆਖੋ ਸਤਨਾਮ। ਮੈਂ ਕਿਹਾ ਪੁੱਛ ਲਿਓ। ਤੇ ਜਦੋਂ ਅਸੀਂ ਘਰ ਆਏ ਨਾ ਸਾਧ ਸੰਗਤ, ਜਸਵੀਰ ਸਿੰਘ ਨੇ ਮੈਨੂੰ ਰੋਸ ਕੀਤਾ। ਕਹਿੰਦੇ ਜੀ ਕਮਾਲ ਕਰਤੀ ਤੁਸੀਂ, ਮਿੱਠਾ ਮਿੱਠਾ ਜਿਵੇਂ ਪਿਆਰ ਵਾਲਾ ਹੁੰਦਾ। ਕਹਿੰਦਾ ਯਾਰ ਕਮਾਲ ਕਰਤੀ ਤੁਸੀਂ। ਕਹਿੰਦਾ ਮੇਰੇ ਲਈ ਤੁਸੀਂ ਵਕਤਾ ਪਾਤਾ, ਮੇਰੇ ਲਈ ਵਕਤਾ ਪਾਤਾ ਤੁਸੀਂ। ਉੱਪਰ ਮੇਰੀ ਕਹਾਣੀ ਸੁਣਾ ਕੇ ਆਏ ਹੋਵੋਗੇ। ਮੈਂ ਕਿਹਾ ਬਿਲਕੁਲ ਸੁਣਾਈ। ਕਹਿੰਦਾ ਮੇਰੇ ਲਈ ਵਕਤਾ ਪਾਤਾ। ਮੈਂ ਕਿਉਂ? ਕਹਿੰਦਾ ਜਿਹੜਾ ਆਂਦਾ ਸੀ ਝੱਗਾ ਚੱਕ ਚੱਕ ਕੇ ਵਿਖਾਉਂਦੇ। ਕਹਿੰਦੇ ਦਿਖਾਇਓ ਦਿਖਾਇਓ। ਕਹਿੰਦਾ ਹਰੇਕ ਨੂੰ ਝੱਗਾ ਚੱਕ ਚੱਕ ਕੇ ਵਿਖਾਉਂਦੇ। ਕਿੱਥੇ ਆ ਜ਼ਖਮ ਦਿਖਾਓ, ਕਿੱਥੇ? ਕਹਿੰਦਾ ਹਰੇਕ ਨੂੰ ਝੱਗਾ ਚੱਕ ਚੱਕ। ਕਹਿੰਦਾ ਯਾਰ ਕਮਾਲ ਹੀ ਕਰ। ਉਹਨੂੰ ਦਿਖਾ ਕੇ ਹਟਾ, ਦੂਜਾ ਭਾਈ ਸਾਹਿਬ ਦਿਖਾਇਓ ਦਿਖਾਇਓ। ਉਹਨੂੰ ਦਿਖਾ ਕੇ ਹਟਾ, ਭਾਈ ਸਾਹਿਬ ਦਿਖਾਇਓ। ਕਹਿੰਦਾ ਯਾਰ ਹੱਦ ਹੋ ਗਈ। ਸੰਗਤ ਜੀ ਆ ਮੇਰੇ ਗੁਰੂ ਨਾਨਕ ਦੀ ਬਖਸ਼ਿਸ਼ ਹੈ, ਇਹ ਮੇਰੇ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬਖਸ਼ਿਸ਼ ਹੈ। ਕੌਣ ਕਹਿੰਦਾ ਸਾਧ ਸੰਗਤ, ਕੌਣ ਕਹਿੰਦਾ ਗੁਰੂ ਹਰਕ੍ਰਿਸ਼ਨ ਸਾਹਿਬ ਨਹੀਂ ਵਰਤਦੇ? ਤੇਰੇ ਬੈਠਣ 'ਚ ਕਮੀ, ਸੁੱਟਦੇ ਸਭ ਕੁਝ। ਮੈਂ ਪਹਿਲੇ ਕੀ ਬੋਲਿਆ ਸੀ? ਅਸੀਂ ਸਾਰੇ ਦਵਾਰ ਘੁੰਮ ਭਾਲ ਆਨੇ ਆ, ਫਿਰ ਬੈਠੇ। ਹੁਣ ਬਹਿ ਗਏ ਜਸਵੀਰ ਸਿੰਘ। ਹੁਣ ਜੀਵਨ ਮੌਤ ਦੀ ਬਾਜੀ ਲਾ, ਜੀਣਾ ਮਰਨਾ ਲਾਤਾ ਦਾਤ ਦੇ ਉੱਪਰ। ਸਾਧ ਸੰਗਤ ਦੇਤਾ ਗੁਰੂ, ਮਾਰਨਾ ਮਾਰ। ਹੁਣ ਇੱਥੇ ਗੁਰੂ ਚਾਹੁੰਦੇ ਸਾਧ ਸੰਗਤ, ਹੁਣ ਦੇਖਣਾ ਦੇਖਿਆ ਜਾਵੇ ਤੇ ਹੈ ਤਾਂ ਮਿੱਟੀ ਹੈ। ਬਖਸ਼ ਲੈਣਾ ਮੈਨੂੰ ਹੈ ਤਾਂ ਨੌਨਸੈਂਸ ਗੱਲ ਹੀ ਹੈ ਜੀ, ਕੋਈ ਸੈਂਸਿਬਲ ਗੱਲ ਥੋੜੀ ਨਾ ਕਿ ਬਈ ਮਿੱਟੀ ਅੰਦਰ ਜ਼ਖਮ ਜੇ ਪਾ ਰਹੇ। ਪਰ ਇਹ ਤਾਂ ਦਾ ਲਾਣ ਵਾਲੀ ਗੱਲ ਹੋ ਗਈ। ਤਾਂ ਗੁਰੂ ਦੀ ਸ਼ਰਧਾ ਤੇ, ਸੱਚ ਮੈਂ ਕਹਿ ਰਿਹਾ, ਗੁਰੂ ਦੇ ਸ਼ਰਧਾ ਤੇ ਅਟੁੱਟ ਵਿਸ਼ਵਾਸ ਕਰਕੇ ਬਹਿ ਗਏ ਗੁਰੂ ਦੀ ਸ਼ਰਧਾ ਦੇ ਉੱਪਰ। ਸੱਚਿਆ ਪਾਤਸ਼ਾਹ ਹੁਣ ਰੱਖਣਾ ਰੱਖ, ਮਾਰਨਾ ਮਾਰ। ਜਾਨ ਜਾ ਵੀ ਸਕਦੀ ਸੀ। ਆਖੋ ਸਤਨਾਮ। ਪਰ ਸੂਕੇ ਹਰੇ ਕੀਏ ਖਿੰਨ ਮਾਹੇ, ਖਿੰਨ ਮੌਜ ਆ ਗਈ ਨਾ ਗੁਰੂ ਦੀ। ਗੁਰੂ ਕਹਿੰਦੇ ਰੱਖਣਾ ਰੱਖਣਾ, ਇਸ ਮਿੱਟੀ ਚ ਤੁਹਾਨੂੰ ਰੱਖਣਾ। ਆਖੋ ਸਤਨਾਮ। ਜਿਸ ਮਿੱਟੀ ਦਾ ਤੂੰ ਸਹਾਰਾ, ਚਰਨਾਂ ਦੀ ਧੂੜੀ ਦਾ ਸਹਾਰਾ ਤੂੰ ਲਿਆ ਜਸਵੀਰ ਸਿੰਘ, ਤੈਨੂੰ ਰੱਖਣਾ ਹੈ, ਕਿਉਂਕਿ ਤੇਰੀ ਸ਼ਰਧਾ ਅੱਜ ਬੋਲ ਰਹੀ ਆ। ਆਖੋ ਸਤਨਾਮ। ਵਾਹਿਗੁਰੂ। ਸੂਕੇ ਹਰੇ ਕੀਏ ਖਿੰਨ ਮਾਹੇ,
ਅੰਮ੍ਰਿਤ ਦ੍ਰਿਸ਼ਟਿ ਸੰਚ ਜੀਵਾਏ ਕਾਟੇ ਕਸ਼ਟ ਪੁਰੇ ਗੁਰਦੇਵ ਸੇਵਕ ਕੋ ਦੀਨੀ अपनी सेव ओ सेवक को दीनी अपनी सेव बाबुल तेरा वड समर वड समरथा बाबुल में की नहीं कर सकते गुरु हरकृष्ण वड साहब समरथा सुनो करण कारण प्रभ हारा करण कारण प्रभ हारा करण कारण प्रभ इस पंक्ति का अर्थ की है जी करण कारण प्रभ हारा की अर्थ है जी हर काम करन दे समर्थ ने गुरु हरकृष्ण साहब महाराज करण कारण प्रभ हारा हर काम करन दे समर्थ ने साथ संगत मेरे गुरु हरकृष्ण साहब महाराज आखो सतनाम वाहिगुरु एक मैं बेनती करन लगा हथ बन के संगत जी 11:15 ਵਜੇ ਤੱਕ ਦਾਸ ਨੂੰ ਸਮਾਂ ਦਿੱਤਾ ਗਿਆ ਯਤਨ ਪੂਰਾ ਰਹੇਗਾ 11:05 ਤੇ ਸਮਾਪਤੀ ਕਰਦੇ ਕਿਉਂ ਸੰਗਤ ਬਹੁਤ ਦੇਰ ਦੀ ਬੈਠੀ ਹੈ ਪਰ ਇੱਕ ਬੇਨਤੀ ਮੈਂ ਕਰਨ ਲੱਗਾ ਅੱਜ ਮੇਰਾ ਮਨ ਕਰਦਾ ਅੱਜ ਤੁਹਾਡੀਆਂ ਝੋਲੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਭਰ ਕੇ ਭੇਜਣ ਆਖੋ ਸਤਨਾਮ ਪਰ ਭਰੀਆਂ ਉਹਦੀਆਂ ਜਾਣਗੀਆਂ ਜਿਹੜਾ ਇੱਥੇ ਅਖੀਰ ਤੱਕ ਬੈਠੇਗਾ ਜਿਹੜਾ ਉੱਠ ਕੇ ਜਾ ਰਿਹਾ ਜਾਂ ਜਿਹੜੇ ਬਾਹਰ ਖੜੇ ਭਾਈ ਉਹਨਾਂ ਦੇ ਵੀ ਚਰਨਾਂ 'ਚ ਬੇਨਤੀ ਕਰਨਾ ਹੱਥ ਬੰਨ ਮੇਰੀ ਬੇਨਤੀ ਗੁਜ਼ਾਰਿਸ਼ ਹੈ ਐਦਾਂ ਜਦੋਂ ਤੁਸੀਂ ਉੱਠ ਕੇ ਚਲੇ ਗਏ ਦੇਖੋ ਇਸ ਸਮਾਗਮ ਦਾ ਸੱਦਾ ਗੁਰੂ ਗੋਬਿੰਦ ਸਿੰਘ ਜੀ ਸੇਵਕ ਜੱਥਾ ਹੈ ਜੀ ਇਹਨਾਂ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਕਿੱਡਾ ਦੂਰ ਦੂਰ ਤੱਕ ਸੱਦੇ ਦਿੱਤੇ ਗਏ WhatsApp ਦੇ ਵਿੱਚ ਵੀ ਹੋਰਡਿੰਗ ਵੀ ਇਦਾਂ ਵੀ ਉਦਾਂ ਮੈਨੂੰ ਸੱਚ ਦੱਸਿਓ ਜੀ ਕੀ ਸਾਰੇ ਆ ਗਏ ਨਹੀਂ ਇੱਥੇ ਉਹੀ ਬੈਠੇ ਨੇ ਜਿਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਸੱਦਿਆ ਆਖੋ ਸਤਨਾਮ ਵਾਹਿਗੁਰੂ ਇੱਥੇ ਉਹੀ ਬੈਠੇ ਨੇ ਜਿਹਨੂੰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਸੱਦਿਆ ਤੇ ਇੱਕ ਪਰੰਪਰਾ ਹੈ ਸਾਧ ਸੰਗਤ ਜਿਹਨੂੰ ਆਪ ਬੁਲਾਈਦਾ ਆਪ ਸੱਦੀਦਾ ਤੇ ਫਿਰ ਕੁਝ ਦੇ ਕੇ ਤੋਰੀਦਾ ਆਖੋ ਸਤਨਾਮ ਜੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਨੇ ਤੁਹਾਨੂੰ ਆਪ ਸੱਦਿਆ ਆਪੇ ਸੰਗਤ ਸਤ ਬਹਾਲੇ ਆਪੇ ਵਿਦਾ ਕਰਾਵੇ ਆਪੇ ਤੁਹਾਨੂੰ ਸੱਦਿਆ ਨਾ ਤੇ ਜਦੋਂ ਵਿਦਾ ਕਰਨਗੇ ਤੇ ਖਾਲੀ ਨਹੀਂ ਦੇ ਕੇ ਤੋਰਨਗੇ ਆਖੋ ਸਤਨਾਮ ਅੱਜ ਖਾਲੀ ਨਹੀਂ ਤੋਰਨਗੇ ਪਰ ਇੱਕ ਗੁਜ਼ਾਰਿਸ਼ ਹੈ ਤੁਹਾਡੇ ਅੱਗੇ ਸੰਗਤ ਜੀ ਐਦਾਂ ਨਾ ਜਾਇਓ ਮੇਰਾ ਮਨ ਕਰਦਾ ਤੁਸੀਂ ਤਾਂ ਇੱਥੇ ਹੀ ਜਾਣਾ ਹੈ ਨਾ ਆ ਕਿਲੋਮੀਟਰ ਅੱਧੇ ਕਿਲੋਮੀਟਰ ਜੇ 2-4-5 ਕਿਲੋ ਅਸੀਂ ਤਾਂ ਫਿਰ ਲੁਧਿਆਣੇ ਜਾਣਾ ਹੈ ਸਾਧ ਸੰਗਤ ਜੀ ਜਦੋਂ ਸਤਿਗੁਰ ਇੱਥੋਂ ਜਾਣਗੇ ਸਾਹਿਬ ਨੇ ਕਹਿੰਦੇ ਜਾਣਾ ਵਾਹ ਮੇਰੀ ਆ ਵੀ ਬੱਚੀ ਬੈਠੀ ਮੇਰਾ ਆ ਵੀ ਬੱਚਾ ਬੈਠਾ ਅੱਗੇ ਤਾਂ ਭੱਜ ਜਾਂਦੇ ਸੀਗੇ ਆਖੋ ਸਤਨਾਮ ਅੱਗੇ ਤਾਂ ਜਿਵੇਂ ਹੀ ਰਾਮ ਕਲੀ ਮਹੱਲਾ ਤੀਜਾ ਲਓ ਜੀ ਚਲੋ ਭੱਜੋ ਏਦਾਂ ਹੀ ਬਖਸ਼ ਲੈਣਾ ਖੁੱਲੀ ਜੀ ਗੱਲ ਹੈ ਪਰ ਅੱਜ ਸਤਿਗੁਰ ਕਹਿਣਗੇ ਵਾਹ ਮੇਰੀ ਆ ਵੀ ਬੱਚੀ ਬੈਠੀ ਆ ਵੀ ਬੱਚਾ ਬੈਠਾ ਪਾਸ਼ਾ ਕਹਿਣਗੇ ਨਿਹਾਲ ਪਤਾ ਨਹੀਂ ਕਿਹੜੇ ਵਰਕੇ ਤੁਹਾਡੇ ਮਾਲੇ ਪਾੜ ਜਾਣ ਕਿਹੜੇ ਨਵੇਂ ਲਿਖ ਜਾਣ ਸਾਧ ਸੰਗਤ ਗੁਰੂ ਨਾਨਕ ਦੀ ਰਹਿਮਤ ਹੋ ਜਾਵੇ ਆਖੋ ਸਤਨਾਮ ਕੱਲ ਐਤਵਾਰ ਹੈ ਵੈਸੇ ਹੀ ਛੁੱਟੀ ਹੈ ਗੁਰੂ ਦੀ ਮਿਹਰ ਇਸ ਲਈ ਦਾਸ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਕੋਈ ਬਹੁਤਾ ਸਮਾਂ ਨਹੀਂ ਲੈਣਾ ਆਪ ਜੀ ਨੇ ਅੱਜ ਗੁਰੂ ਦੀ ਬਖਸ਼ਿਸ਼ ਜ਼ਰੂਰ ਲੈ ਕੇ ਜਾਣੀ ਖਾਲੀ ਨਾ ਜਾਇਓ ਘਰ ਜਾ ਕੇ ਕਰਨਾ ਵੀ ਕੀ ਹੈ ਆ ਜਿਹੜਾ ਸਮਾਂ ਹੁਣ ਸਾਡਾ ਲੰਘਦਾ ਪਿਆ ਨਾ ਇਹ ਹੀਰਿਆਂ ਦੀ ਕੀਮਤ ਰੱਖਦਾ ਪਿਆ ਹੀਰਿਆਂ ਦੀ ਕੀਮਤ ਇਹ ਹੀਰ ਇੱਕ ਸਵਾਸ ਹੀਰਿਆਂ ਦੀ ਕੀਮਤ ਰੱਖ ਰਿਹਾ ਹੈ ਇੰਨਾ ਕੀਮਤੀ ਸਵਾਸ ਲੰਘਦਾ ਪਿਆ ਤੇ ਜੇ ਇਹੀ ਸਵਾਸ ਆਪਾਂ ਬਾਹਰ ਬਤੀਤ ਕਰਾਂਗੇ ਕੀ ਕਰਾਂਗੇ ਜੀ ਕਿਸੇ ਦੀ ਨਿੰਦਿਆ ਕਰਾਂਗੇ ਕਿਸੇ ਦੀ ਚੁਗਲੀ ਕਰਾਂਗੇ ਕਿਸੇ ਦਾ ਆ ਕਰਾਂਗੇ ਉਹੀ ਸਵਾਸ ਕੌਡੀਆਂ ਦੇ ਭਾ ਗਿਆ ਆਖੋ ਸਤਨਾਮ ਇੱਥੇ ਬੈਠੇ ਆ ਘੱਟੋ ਘੱਟ ਨਾਮ ਧਨ ਸੰਚਤਾ ਰਹੇ ਆ ਆਓ ਪੰਕਤੀ ਪੜ੍ਹੀਏ ਫਿਰ ਇੱਕ ਸਾਧ ਸੰਗਤ ਜ਼ਿਕਰ ਹੋਰ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਜੀਵਨ ਵਿੱਚੋਂ ਲੈ ਕੇ ਫਿਰ ਸਮਾਪਤੀ ਹੈ ਜੀ ਸਾਰੇ ਕਿਰਪਾ ਬਾਬੁਲ ਮੇਰਾ ਵਡ ਸਮਰਥਾ ਬਾਬੁਲ ਮੇਰਾ ਵਡ
ਸਮਰਥਾ ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ ਵਾਹ ਵਾਹ, ਕਰਨ ਕਾਰਣ ਪ੍ਰਭ ਹਾਰਾ ਕਰਨ ਕਾਰਣ ਪ੍ਰਭ ਹਾਰਾ ਬਾਬੁਲ ਮੇਰਾ ਵੱਡ ਸਮਰਥਾ, ਬਾਬੁਲ ਮੇਰਾ ਵੱਡ ਸਮਰਥਾ ਮੇਰੇ ਮਾਲਕ ਕੀਰਤਪੁਰ ਸਾਹਿਬ ਬਿਰਾਜਮਾਨ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ। ਬੜੀ ਦੂਰ ਦੂਰ ਤੱਕ ਮਾਲਕ ਦੀ ਸ਼ੌਹ ਫੈਲ ਰਹੀ ਹੈ। ਡਿੱਠੇ ਸਭ ਦੁੱਖ ਜਾਏ, ਡਿੱਠੇ ਤਾਂ ਕੋਈ ਤਨ ਦਾ ਰੋਗੀ, ਕੋਈ ਮਨ ਦਾ ਰੋਗੀ, ਕੋਈ ਕਿਸੇ ਕਿਸਮ ਦਾ ਰੋਗ ਰੱਖਣ ਵਾਲਾ, ਬਸ ਦਰਸ਼ਨ ਕੀਤੇ ਡਿੱਠੇ। ਐਵੇਂ ਨਹੀਂ ਬਾਜਾਂ ਵਾਲੇ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਬਾਰੇ ਕਹਿ ਦਿੱਤਾ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। 10ਵੇਂ ਗੁਰੂ ਨਾਨਕ ਨੇ 8ਵੇਂ ਗੁਰੂ ਨਾਨਕ ਦੀ ਸਿਫਤ ਕੀਤੀ, ਤੇ ਸਿਫਤ ਕਹਿੰਦਿਆਂ ਕਿ ਡਿੱਠੇ ਸਭ ਦੁੱਖ ਜਾਏ। ਬੜੀ ਦੂਰ ਤੱਕ ਸਾਧ ਸੰਗਤ ਸ਼ੌਹ ਫੈਲਦੀ ਹੈ। ਕਾਸ਼ੀ ਦੇ ਵਿੱਚ ਕਿੱਥੇ ਸਾਧ ਸੰਗਤ ਕੀਰਤਪੁਰ, ਕਿੱਥੇ ਕਾਸ਼ੀ, ਕਾਸ਼ੀ ਤੱਕ ਮਹਾਰਾਜ ਦੀ ਸ਼ੌਹ ਫੈਲੀ। ਤੇ ਕਾਸ਼ੀ ਛੱਡੋ ਜੀ, ਆਪਣਾ ਕਿੱਥੋਂ ਸੰਗਤ ਆਈ ਹੈ, ਅਫਗਾਨਿਸਤਾਨ ਇਹ ਵਾਲੇ ਪਾਸ, ਪਿਸ਼ਾਵਰ, ਕਾਬਲ ਤੋਂ, ਉੱਥੋਂ ਸੰਗਤਾਂ ਸਾਧ ਸੰਗਤ, ਪਿਸ਼ਾਵਰ, ਕਾਬਲ, ਕਿੱਥੋਂ ਕਿੱਥੋਂ ਸੰਗਤਾਂ ਮਾਲਕ ਦੇ ਦਰਸ਼ਨ ਕਰਨ ਆਉਂਦੇ ਸਨ। ਬਸ ਹਰੇਕ ਨੂੰ ਇੱਕ ਚੀਜ਼ ਸੀ, 5.25 ਸਾਲ ਗੁਰਤਾ ਗੱਦੀ ਬਖਸ਼ ਲੈਣਾ। 5.25 ਸਾਲ ਦਾ ਬੱਚਾ ਕਿੰਨਾ ਕੁ ਜੀ, ਕਿੰਨਾ ਤੁਹਾਡੇ ਘਰ ਬੱਚੇ 5.25 ਸਾਲ ਦਾ ਬੱਚਾ ਕਿੰਨਾ ਗੁਰਤਾ ਗੱਦੀ। ਔਰ ਮਾਲਕ ਸੀ ਵੀ ਰੱਜ ਕੇ ਸੀ, ਗੁਰੂ ਹਰਕ੍ਰਿਸ਼ਨ ਸਾਹਿਬ ਮਰ ਰੱਜ ਕੇ, ਜਿਹੜਾ ਇੱਕ ਵਾਰੀ ਵੇਖਦਾ ਸੀ, ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ, ਕਹਿੰਦਾ ਜਿਹੜਾ ਇੱਕ ਵਾਰੀ ਵੇਖਦਾ ਸੀ ਪਰ ਕਹਿੰਦੇ ਅੱਖਾਂ ਹੀ ਨਹੀਂ ਝਪਕਦਾ ਸੀ। ਐਡੀ ਸੋਹਣੀ ਸੂਰਤ ਮੂਰਤ ਸੀ ਮਾਲਕ, ਐਡੀ ਸੋਹਣੀ, ਇੱਕ ਬਾਲਪਨ ਦੀ ਉਮਰ, ਇੱਕ ਸੋਹਣੀ ਸੂਰਤ ਮੂਰਤ, ਇੱਕ ਇੰਨੀ ਛੋਟੀ ਉਮਰ 'ਚ ਗੁਰਤਾ ਗੱਦੀ, ਗੁਰੂ ਨਾਨਕ ਦੀ ਗੱਦੀ, ਬੜੀ ਵੱਡੀ ਬਾਤ ਸੀ। ਹਰ ਬੰਦਾ ਉਮੜਿਆ ਹੋਇਆ ਸੀ ਦਰਸ਼ਨ ਕਰਨ ਹਿੱਤ। ਕਾਸ਼ੀ ਦਾ ਇੱਕ ਬ੍ਰਾਹਮਣ ਜਿਹਦਾ ਨਾਮ ਆਇਆ ਜੀ ਬਸੰਤਰ, ਬਸੰਤਰ, ਉਹਨੂੰ ਪਤਾ ਲੱਗਾ ਤਨ ਤੋਂ ਕੋੜੀ ਸੀ, ਕੋੜ ਫੁੱਟਿਆ ਹੋਇਆ ਸੀ ਉਹਦੇ ਤਨ ਤੇ, ਪਾਕ ਖੂਨ ਨਿਕਲਦਾ ਸੀ ਬੜਾ ਏਦਾਂ। ਉਹਨੂੰ ਪਤਾ ਲੱਗਾ, ਉਹਨੇ ਬੜੇ ਇਲਾਜ ਕਰਾਏ, ਨਹੀਂ ਕਿਤੋਂ ਗੱਲ ਬਣੀ। ਸ਼ੌਹ ਸੁਣੀ ਸਾਹਿਬ ਦੀ, ਬਈ ਡਿੱਠੇ ਸਭ ਦੁੱਖ ਜਾਏ। ਰਿੜਦਾ ਪਿੜਦਾ ਸਾਧ ਸੰਗਤ ਕਿਸੇ ਤਰੀਕੇ ਦੇ ਨਾਲ ਪਹੁੰਚ ਗਿਆ ਕੀਰਤਪੁਰ ਸਾਹਿਬ। ਸਿੱਖਾਂ ਦੇ ਹੱਥ ਜੋੜਦਾ, ਕਹਿੰਦੇ ਮੈਨੂੰ ਵੀ ਦਰਸ਼ਨ ਕਰਾ ਦਿਓ। ਗੁਰੂ ਹਰਕ੍ਰਿਸ਼ਨ ਸਾਹਿਬ ਬਾਲਾ ਪ੍ਰੀਤਮ ਜੀ ਦੇ ਮੈਨੂੰ ਵੀ ਦਰਸ਼ਨ ਕਰਾ ਦਿਓ, ਮੇਰਾ ਵੀ ਉਧਾਰ ਹੋ ਜਾਏ, ਭਲਾ ਹੋ। ਸਿੱਖਾਂ ਨੂੰ ਤਰਸ ਆਇਆ, ਲੈ ਗਏ। ਜਦੋਂ ਦਰਬਾਰ 'ਚ ਸਾਧ ਸੰਗਤ ਲੈ ਗਏ, ਓਏ ਹੋ ਸਾਧ ਸੰਗਤ, ਜਦੋਂ ਉਸ ਬਸੰਤਰ ਬ੍ਰਾਹਮਣ ਨੇ ਜਿਹੜਾ ਕੋੜੀ ਸੀ ਦਰਸ਼ਨ ਕੀਤੇ, ਉਹ ਦਰਸ਼ਨ ਕਾ ਕੀਤੇ ਮੰਤਰ ਮੁਗਧੀ ਹੋ ਗਿਆ, ਮੰਤਰ ਮੁਗਧੀ ਹੋ ਗਿਆ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਜਿਸ ਕੋੜ ਦਾ ਦੁੱਖ ਸੀ ਨਾ, ਪੀੜਾ ਸੀ, ਦਰਦ ਸੀ, ਪੀੜਾ ਹੀ ਭੁੱਲ ਗਈ, ਦਰਦ ਹੀ ਭੁੱਲ ਗਿਆ। ਸਾਹਮਣੇ ਸੋਹਣੀ ਮੂਰਤ ਵੇਖ ਕੇ ਓਹੋ ਠੰਡ ਪੈ ਰਹੀ, ਠੰਡ ਠੰਡ, ਇੱਕਦਮ ਸਟਿਲ ਹੋਇਆ ਪਿਆ। ਤੇ ਮੇਰੇ ਮਾਲਕ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ, ਕਹਿੰਦੇ ਬਸੰਤਰ, ਹਾਲੇ ਨਾਂ ਨਹੀਂ ਦੱਸਿਆ ਉਹਨੇ, ਕਹਿੰਦੇ ਬਸੰਤਰ। ਇੱਕਦਮ ਚੌਂਕਿਆ, ਕਹਿੰਦੇ ਹੈ ਅੰਤਰਜਾਮੀ ਵੀ ਨੇ, ਆਖੋ ਸਤਨਾਮ। ਮੈਂ ਤਾਂ ਬੱਚਾ ਸਮਝਦਾ ਸੀ, 5.25 ਸਾਲ, ਕਹਿੰਦੇ ਮੈਂ ਤਾਂ ਬੱਚਾ ਸਮਝਦਾ ਸੀ, ਇਹ ਤਾਂ ਅੰਤਰਜਾਮੀ ਵੀ ਨੇ। ਹੱਥ ਜੋੜ ਗਏ, ਚਰਨਾਂ ਤੇ ਡਿੱਗਾ, ਸੱਚਿਆ ਪਾਤਸ਼ਾਹ ਮੈਨੂੰ ਬਖਸ਼ ਆ ਤਨ ਦਾ ਕੋ। ਬੜੇ ਇਲਾਜ ਕਰਾਏ ਸਾਈਆਂ, ਨਹੀਂ ਰਾਜੀ ਹੁੰਦੇ। ਸੁਣਿਆ ਉਹ ਤੇਰੀ ਰਹਿਮਤ ਜਿਹਦੇ ਤੇ ਪੈ ਜਾਵੇ, ਤੇਰੀ ਰਹਿਮਤ ਨਹੀਂ ਉਹਦੇ ਦੁੱਖ ਦੂਰ ਕਰ ਦੇਣੇ ਹੁੰਦੇ ਨੇ। ਆ ਇੱਕ ਰਹਿਮਤ ਦਾ ਛਿੱਟਾ ਮੇਰੇ ਕੋੜੀ ਤੇ ਵੀ ਪਾ ਦੇ।
ਐਦਾਂ ਬੇਨਤੀ ਲੈ। ਮੇਰੇ ਪਾਤਸ਼ਾਹ ਮੁਸਕਰਾ ਰਹੇ ਨੇ ਤੇ ਮੁਸਕਰਾਉਂਦਿਆਂ ਨੂੰ ਕਹਿੰਦੇ ਬਸੰਤਰ ਆਹ ਕੋਲ ਠੀਕ ਕਰਨਾ ਕਿਹੜੀ ਵੱਡੀ ਬਾਤ ਹੈ। ਸੁਣਿਓ, ਆਹ ਕੋਲ ਦੂਰ ਕਰਨਾ ਕਿਹੜੀ ਵੱਡੀ ਬਾਤ ਹੈ। ਆਹ ਕੋਲ ਤਾਂ ਠੀਕ ਹੋ ਜਾਊ ਬਸੰਤਰ। ਇੱਕ ਗੱਲ ਦੱਸ, ਉਹ ਜਿਹੜਾ ਕੋਲ ਤੇਰੇ ਮਨ ਨੂੰ ਲੱਗਾ ਹੈ ਉਹ ਕੋਲ ਕਿਵੇਂ ਦੂਰ ਕਰੇਗਾ। ਆਖੋ ਸਤਨਾਮ। ਉਹ ਕੋਲ ਜਦੋਂ ਇੰਨੀ ਗੱਲ ਸੁਣੀ ਹੈਰਾਨ, ਜਾਣ ਕੇ ਪੁੱਛਣ ਲੱਗਾ, ਅਣਜਾਣ ਬਣ ਗਿਆ। ਮਹਾਰਾਜ ਮੈਂ ਸਮਝਿਆ ਨਹੀਂ। ਕਹਿੰਦੇ ਬਸੰਤਰ ਸਮਝ ਤਾਂ ਸਭ ਕੁਝ ਗਿਆ ਹੈ, ਮੁਖੋਂ ਕਢਵਾਉਣਾ ਚਾਹੁੰਦਾ ਹੈ ਸਾਡੇ। ਲੈ ਫਿਰ ਸੁਣ, ਆ ਜਿਹੜਾ ਜਾਤ ਪਾਤ ਦਾ ਕੋੜ, ਉੱਚੀ ਜਾਤ ਦਾ ਉੱਚੀ ਕੁਲ ਦਾ ਕੋੜ, ਉਹ ਕਿੰਨਾ ਅਤਿਆਚਾਰ ਤੂੰ ਕੀਤਾ ਉਹਦਾ ਕੋੜ। ਕਿੰਨਿਆਂ ਦੀ ਤੂੰ ਹੱਤਿਆਵਾਂ ਕੀਤੀਆਂ, ਕਿੰਨਿਆਂ ਦੇ ਘਰ ਰੋਲੇ ਨਹੀਂ ਤੂੰ, ਉਹ ਕੋੜ। ਕਹਿੰਦੇ ਮੈਂ ਨਹੀਂ ਕਹਿਣਾ ਚਾਹੁੰਦਾ ਸੀ ਪਰ ਤੂੰ ਮਜਬੂਰ ਕੀ। ਜਦੋਂ ਇੰਨੀ ਗੱਲ ਸੁਣੀ ਕਹਿੰਦੇ ਓਹੋ, ਇਹ ਤਾਂ ਦਿਲਾਂ ਦੀਆਂ ਵੀ ਜਾਣਦੇ ਨੇ, ਇਹ ਦਿਲਾਂ ਦੀਆਂ ਵੀ ਜਾਣਦੇ ਨੇ। ਡਿੱਗ ਪਿਆ ਚਰਨਾਂ 'ਚ ਸਾਧ ਸੰਗਤ। ਹੁਣ ਮਨ ਕਰਕੇ ਡਿੱਗਿਆ, ਹੁਣ ਅੰਦਰੋਂ ਡਿੱਗਿਆ। ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ। ਕਹਿੰਦੇ ਸਾਈਆਂ ਸੁਣਿਆ ਸੀ ਡਿੱਠੇ ਸਭ ਦੁੱਖ ਜਾਏ, ਅੱਜ ਵੇਖ ਰਹੇ। ਤਨ ਦਾ ਤਾਂ ਤੁਹਾਡੀ ਮਿਹਰਾਂ ਨੇ ਕਰ ਦੇਣਾ, ਉਹ ਮਨ ਦਾ ਤੁਹਾਡੇ ਬੋਲਾਂ ਨਹੀਂ ਕਰ ਦਿੱਤਾ। ਆਖੋ ਸਤਨਾਮ। ਮਨ ਦਾ ਕਹਿੰਦੇ ਮੈਂ ਵਾਕਈ ਸੱਚਿਆ ਪਾਤਸ਼ਾਹ ਬੜਾ ਵੱਡਾ ਪਾਪੀ, ਮੈਂ ਬਹੁਤ ਵੱਡਾ ਪਾਪੀ ਆ। ਉਹ ਪਾਪ ਫੁੱਟ ਫੁੱਟ ਕੋੜ ਬਣ ਕੇ ਮੇਰੇ ਤਨ ਤੋਂ ਫੁੱਟਦਾ ਪਿਆ। ਸੱਚ ਸਾਈਆਂ ਮੈਂ ਬੜਾ ਰੋਲਿਆ ਨੀਚ ਜਾਤਾਂ। ਇੰਨਾ ਸਾਧ ਸੰਗਤ ਪ੍ਰਭਾਵ ਸੀ ਬ੍ਰਾਹਮਣ ਦਾ, ਬ੍ਰਾਹਮਣਵਾਦ ਇਤਨਾ ਜ਼ੋਰ ਸੀ, ਇੰਨਾ ਜ਼ੋਰ, ਆਤੰਕ ਚੱਕਿਆ ਹੋਇਆ ਸੀ ਬ੍ਰਾਹਮਣਾਂ ਨੇ। ਇਹ ਆਤੰਕ ਮਤਲਬ ਇੱਕ ਖਾਲੀ ਪਰਛਾਵਾਂ ਵੀ ਪੈ ਜਾਂਦਾ ਸੀ, ਪਰਛਾਵਾਂ ਨੀਚ ਜਾਤ ਸ਼ੁਦਰ ਜਾਤੀ ਦਾ ਪਰਛਾਵਾਂ ਵੀ ਪੈ ਜਾਂਦਾ ਸੀ, ਤੇ ਨੰਗੇ ਕਰਕੇ ਕੋਲੇ ਪਵਾਉਂਦੇ ਇੱਥੇ ਤੱਕ ਕਿ ਜਾਨੋਂ ਮਰਵਾ ਦਿੰਦੇ ਸਨ। ਆਖੋ ਸਤਨਾਮ। ਕੋਈ ਨੀਵੀਂ ਜਾਤ ਦਾ ਰਾਮ ਨਾਮ ਬੋਲਦਾ ਦੇਵੇ ਜ਼ਬਾਨ ਕਟਵਾ ਦਿੰਦੇ ਸਨ। ਜ਼ਬਾਨ ਮਤਲਬ ਹੁਣ ਮੇਰੇ ਕੋਲ ਸਮਾਂ ਨਹੀਂ ਦੱਸਣ ਦਾ। ਸਾਧ ਸੰਗਤ ਅੱਤ ਚੱਕੀ ਹੋਈ ਸੀ, ਅੱਤ ਇਹਨੇ ਕਬੂਲ ਕਰ ਲਿਆ। ਕਬੂਲ, ਸੱਚਿਆ ਪਾਤਸ਼ਾਹ ਮੈਂ ਸੱਚ ਬੜਾ ਪਾਪੀ, ਮੈਂ ਬੜਿਆਂ ਨੂੰ ਰੋਲਿਆ, ਬੜਿਆਂ ਨੂੰ ਮੈਂ ਮੌਤ ਦੀ ਸਜ਼ਾ ਵੀ ਦਵਾਈ, ਬੜਿਆਂ ਦੇ ਮੈਂ ਘਰ ਘਾਟ ਬਰਬਾਦ ਕੀਤੇ, ਆਂਦਰਾਂ ਰਵਾਈਆਂ ਮੈਂ ਬੜਿਆਂ ਦੀਆਂ ਆਂਦਰਾਂ ਰਵਾਈਆਂ। ਅੱਜ ਮੈਂ ਆਂਦਰਾਂ ਤੋਂ ਰੋਂਦਾ ਪਿਆ। ਉਹਨਾਂ ਦੀ ਹਾਏ, ਉਹਨਾਂ ਦੀ ਬਦ ਅਸੀਸ ਕਹਿੰਦੇ ਅੱਜ ਇਹ ਕੋੜ ਬਣ ਕੇ ਮੇਰੇ ਤਨ ਤੋਂ ਫੁੱਟਦੀ ਪਈ। ਸੱਚਿਆ ਪਾਤਸ਼ਾਹ ਮੈਨੂੰ ਬਖਸ਼, ਮੈਨੂੰ ਬਖਸ਼। ਹੁਣ ਨਿਹਾਲ ਹੋਇਆ ਪਿਆ, ਤਨ ਮਨ ਹੋਏ ਹੁਣ ਨਿਹਾਲ ਹੋਇਆ। ਸਾਹਿਬ ਨੇ ਮਿਹਰ ਕੀਤੀ ਸਾਧ ਸੰਗਤ, ਬਾਹਰਲਾ ਕੋੜ ਅੰਦਰਲਾ ਕੋੜ ਇਹ ਦੋਨੋਂ ਦੂਰ ਕੀਤੇ। ਨਵਾਂ ਨਰੋਆ ਕਰਕੇ ਇਹਨੂੰ ਕੁਝ ਦਿਨ ਇੱਥੇ ਰੱਖਿਆ ਕੀਰਤਪੁਰ ਸਾਹਿਬ। ਬਾਣੀ ਇਹਨੇ ਸਿੱਖੀ, ਸੇਵਾ ਸਿੱਖੀ। ਹੁਣ ਸਾਧ ਸੰਗਤ ਵਿਚਰਦਾ ਪਿਆ। ਹੁਣ ਜਦ ਤੱਕ ਇਹ ਲਿਖਿਆ ਜ਼ਿਕਰ ਦੇ ਕਹਿੰਦੇ ਜਦ ਤੱਕ ਇਹ ਬਸੰਤਰ ਬ੍ਰਾਹਮਣ ਵਿਚਰਦਾ ਰਿਹਾ ਨਾ, ਸੱਚ ਦਾ ਪ੍ਰਚਾਰ ਕਰਦਾ ਰਿਹਾ। ਆਖੋ ਸਤਨਾਮ। ਝੂਠ ਦਾ ਨਹੀਂ, ਸੱਚ ਦਾ। ਜਿਹੜਾ ਬ੍ਰਾਹਮਣ ਇਹਦਾ ਅਪੋਜ਼ ਕਰਦਾ ਸੀ ਕਿ ਤੂੰ ਸਾਡੀ ਜਾਤੀ ਦਾ, ਤੂੰ ਆਹ ਕੰਮ ਕਰੀ ਜਾਂਦਾ, ਤੂੰ ਨੀਵਿਆਂ ਦੇ ਮੂੰਹ ਲੱਗਦਾ, ਤੂੰ ਉਹਨਾਂ ਨੂੰ ਛੂਟ ਦਿੰਦਾ, ਆਹ ਕਰਦਾ, ਉਹ ਕਹਿੰਦਾ ਸੱਚ ਆਈ ਹੈ, ਜ਼ੁਲਮ ਕਰ ਰਹੇ ਹੋ ਤੁਸੀਂ। ਉਹਨੇ ਡੰਕੇ ਦੀ ਆਵਾਜ਼ ਚੱਕੀ ਬਸੰਤਰ ਨੇ। ਕਿਉਂ? ਕਹਿੰਦਾ ਮੈਨੂੰ ਪੂਰਾ ਮਿਲਿਆ। ਆਖੋ ਸਤਨਾਮ। ਉਹ ਮੈਨੂੰ ਪੂਰਾ ਮਿਲਿਆ, ਜਿਨੇ ਮੇਰੇ ਅੰਦਰਲੇ ਰੋਗ ਵੀ ਦੂਰ ਕੀਤੇ, ਬਾਹਰਲੇ ਰੋਗ ਵੀ ਦੂਰ ਕੀਤੇ, ਬਾਹਰਲਾ ਕੋੜ ਵੀ ਦੂਰ ਕੀਤਾ, ਮੇਰਾ ਅੰਦਰਲਾ ਕੋੜ ਵੀ ਦੂਰ ਕੀਤਾ। ਆਖੋ ਸਤਨਾਮ। ਇਹ ਸੱਚਾਈ ਅੱਜ ਵੀ ਸਾਧ ਸੰਗਤ ਜੀ, ਮੈਂ ਇਹ ਨਹੀਂ ਕਵਾਂਗਾ ਕਿ ਕੋੜੀ ਬਾਹਰੋਂ, ਪਰ ਸੱਚ ਮੈਨੂੰ ਬਖਸ਼ ਲੈਣਾ ਮਨ ਕਰਕੇ ਤਾਂ ਅੱਜ ਵੀ ਅਸੀਂ ਕੋੜੀ ਆ। ਆਖੋ ਸਤਨਾਮ। ਕਿਹੜਾ ਰੋਗ ਹੈ, ਕਿਹੜਾ ਉਹ ਗੁਣ ਜਿਹੜਾ ਸਾਡੇ ਅੰਦਰ ਨਹੀਂ? ਕਾਮ ਸਾਨੂੰ ਗਰਸ ਕੇ ਬੈਠਾ ਹੋਇਆ, ਲੋਭ ਸਾਨੂੰ ਗਰਸ ਕੇ ਬੈਠਾ, ਨਿੰਦਿਆ ਸਾਨੂੰ ਗਰਸ ਕੇ ਬੈਠੀ, ਈਰਖਾ ਸਾਨੂੰ ਗਰਸ ਕੇ ਬੈਠੀ, ਹਉਮੈ ਦੇ ਵਿੱਚ ਅਸੀਂ ਲਿਬੜੇ ਹੋਏ ਆ। ਕੰਮ ਸਾਡੀ ਪੱਤ ਲੁੱਟਦਾ, ਵਾਸ਼ਨਾਵਾਂ ਸਾਡੇ ਅੰਦਰ ਨੇ। ਸਾਧ ਸੰਗਤ ਜੀ ਪੱਕੇ ਕੋੜੀ ਮਨ ਕਰਕੇ ਆ, ਮਨ ਕਰਕੇ। ਬਸੰਤਰ ਢਹਿ ਗਿਆ,
ਲੈ ਗਿਆ, ਬਸੰਤਰ ਢਹਿ ਗਿਆ, ਲੈ ਗਿਆ। ਸੰਗਤ ਜੀ ਅੱਜ ਅਸੀਂ ਵੀ ਢਹਿ ਜਾਈਏ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਚਰਨਾਂ 'ਚ ਲੈ ਜਾਵਾਂਗੇ। ਆਖੋ ਸਤਨਾਮ। ਵਾਹਿਗੁਰੂ। ਬੜੇ ਵੱਡੇ ਨੇ, ਬੜੇ ਸਮਰਥਾ ਵਾਲੇ ਨੇ। ਉਹ ਜੇ ਬਸੰਤਰ ਬਖਸ਼ ਦਿੰਦੇ ਨੇ, ਤੂੰ ਤਾਂ ਪੁੱਤਰ ਏ, ਤੂੰ ਤਾਂ ਧੀ ਏ ਉਹਨਾਂ ਦੀ। ਆਖੋ ਸਤਨਾਮ। ਵਾਹਿਗੁਰੂ। ਬਾਬੁਲ ਮੇਰਾ ਵੱਡ ਸਮਰਥਾ, ਬਾਬੁਲ ਮੇਰਾ ਵੱਡ ਸਮਰਥਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ, ਵਾਹ ਵਾਹ। ਕਰਨ ਕਾਰਣ ਪ੍ਰਭ ਹਾਰਾ, ਕਰਨ ਕਾਰਣ ਪ੍ਰਭ ਹਾਰਾ। ਇੱਕ ਵਾਰੀ ਸਾਰੇ ਬੋਲਦੇ ਬਾਬੁਲ ਵੱਡ ਸਮਰਥਾ, ਬਾਬੁਲ ਮੇਰਾ ਵੱਡ ਸੰਗਤ ਬੋਲੇ ਬਾਬੁਲ। ਵਾਹ ਬਈ ਵਾਹ। ਗੁਰੂ ਹਰਕ੍ਰਿਸ਼ਨ ਸਾਹਿਬ ਦੇਖ ਰਹੇ ਨੇ ਤੁਹਾਨੂੰ। ਬਾਬੁਲ ਰੋਮ ਰੋਮ ਤੋਂ ਸ਼ੁਕਰਾਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ। ਗੁਰੂ ਗੋਬਿੰਦ ਸਿੰਘ ਜੀ ਸੇਵਕ ਜੱਥਾ, ਮੇਰੇ ਸਮੂਹ ਵੀਰ ਸਾਰੇ, ਮੇਰੇ ਮਾਲਕ ਨੇ ਬਖਸ਼ਿਸ਼ ਦੇ ਖਾਤੇ ਖੋਲ ਕੇ ਸਿਰ ਤੇ ਹੱਥ ਰੱਖ ਕੇ ਇਹਨਾਂ ਪਾਸੋਂ ਸੇਵਾ ਲਈ। ਆਪ ਜਪੋ ਅਵਰੈ ਨਾਮ ਜਪੋ ਵਾਲੀ ਕਾਰ। ਜੁੜੇ ਜੋੜਿਆ ਇਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ। ਸਮੂਹ ਪ੍ਰਬੰਧਕ ਕਮੇਟੀ ਪਿਆਰ ਵਾਲੀ, ਉਹਨਾਂ ਦਾ ਵੀ ਧੰਨਵਾਦ। ਸਤ ਸੰਗਤ ਜੀਓ, ਫਰੀਦਾਬਾਦ ਤੋਂ ਗੁਰੂ ਕੇ ਲਾਲ ਗਗਨਦੀਪ ਸਿੰਘ ਜੀ, ਉਹਨਾਂ ਦੇ ਮਾਤਾ ਜੀ, ਹੋਰ ਸੰਗਤਾਂ ਪਹੁੰਚੀਆਂ, ਉਹਨਾਂ ਨੂੰ ਵੀ ਜੀਓ ਆਇਆਂ ਨੂੰ। ਭੈਣ ਜੀ ਸਾਡੇ ਸਰਦਾਰ ਜਸਵੀਰ ਸਿੰਘ ਜੀ ਦੇ ਘਰੋਂ, ਜਿਨ੍ਹਾਂ ਦਾ ਜ਼ਿਕਰ ਤੁਸੀਂ ਸੁਣਿਆ, ਉਹਨਾਂ ਦਾ ਵੀ ਧੰਨਵਾਦ। ਵੀਰ ਜੀ ਦਾ ਵੀ ਧੰਨਵਾਦ। ਇਹ ਜਿੰਨੀ ਤੁਸੀਂ ਮਾਇਆ ਦਿੱਤੀ ਹੈ ਸੰਗਤ ਜੀ, ਮੈਂ ਵੱਧ ਤੋਂ ਵੱਧ 5 ਮਿੰਟ ਲਾਣੇ, ਫਿਰ ਸਾਧ ਸੰਗਤ ਸਮਾਪਤੀ ਹੈ। ਇਹ ਜਿੰਨੀ ਮਾਇਆ ਦਿੱਤੀ, ਤੁਹਾਡਾ ਇੱਕ ਇੱਕ ਦਮੜਾ, ਤੁਹਾਨੂੰ ਪਤਾ ਹੀ ਹੈ, ਚੈਨਲਾਂ ਰਾਹੀਂ ਵੀ ਤੁਸੀਂ ਦੇਖਦੇ ਹੋਵੋਗੇ। ਲੁਧਿਆਣੇ 3 ਚੈਰੀਟੇਬਲ ਹਸਪਤਾਲ ਚੱਲ ਰਹੇ, ਤੁਹਾਡਾ ਇੱਕ ਇੱਕ ਦਮੜਾ ਤੁਹਾਡੀ ਅਮਾਨਤ ਸਮਝ ਕੇ ਉੱਥੇ ਸੇਵਾ ਦੇ ਕਾਰਜਾਂ 'ਚ ਵਰਤਿਆ ਜਾਂਦਾ ਹੈ। ਸੰਗਤ ਜੀ, ਜਿਹੜਾ ਆਪਰੇਸ਼ਨ ਅੱਖਾਂ ਦਾ ਚਿੱਟੇ ਮੋਤੀਏ ਦਾ, ਤੁਸੀਂ ਦਿੱਲੀ ਪੁੱਛਿਓ, ਜਿਹੜਾ ਆਪਰੇਸ਼ਨ ਬਾਹਰ ਸਾਧ ਸੰਗਤ 18,000 20,000 ਫੈਕੋ ਮਸ਼ੀਨ ਦੇ ਰਾਹੀਂ ਫੋਲਡੇਬਲ ਲੈਂਸ ਪਾ ਕੇ ਸਟਿਚਲੈਸ ਬਿਨਾਂ ਟਾਂਕਿਆਂ ਦੇ, ਟਾਂਕਾ ਨਹੀਂ, ਫੋਲਡੇਬਲ ਲੈਂਸ ਲੱਗਦਾ ਜੀ, ਕੋਈ 18,000 ਲੈਂਦਾ, ਕੋਈ 20,000। ਤੇ ਉੱਥੇ ਤੁਹਾਡੇ ਹਸਪਤਾਲਾਂ ਦੇ ਵਿੱਚ ਗਰੀਬ ਵਰਗ ਵਾਸਤੇ, ਗਰੀਬ ਕੈਟਾਗਰੀ ਜਿਹੜੀ ਹੁੰਦੀ ਹੈ, ਲੇਬਰ ਕਲਾਸ ਜਿਹਨੂੰ ਕਹਿੰਦੇ ਆ, ਮਜ਼ਦੂਰ ਜਿਹਨੂੰ ਕਹਿੰਦੇ ਆ, ਉਹਨਾਂ ਵਾਸਤੇ 2950 ਰੁਪਏ ਰੇਟ ਰੱਖਿਆ ਜੀ, 2950। ਦਰਮਿਆਨੇ ਵਰਗ ਵਾਸਤੇ ਤੁਹਾਡੇ ਸਾਡੇ 5450, 5450। ਬਾਹਰ ਜਿਹੜਾ 18,000 20,000, ਉੱਥੇ 5450, 2950। ਤੇ ਜੇ ਕੋਈ ਗਰੀਬ ਉੱਥੇ ਆ ਕੇ ਕਹਿ ਦੇਵੇ, ਹੁਣ ਆਮ ਤੌਰ ਤੇ ਬਾਕੀ ਹਸਪਤਾਲਾਂ 'ਚ ਕੀ ਹੁੰਦਾ ਜੀ, ਕਿ ਮਾਇਆ ਰੱਖ, ਇਦਾਂ ਹੀ ਹੁੰਦਾ ਨਾ, ਤਾਂ ਇਲਾਜ ਹੋਏਗਾ, ਇਦਾਂ ਹੀ ਹੈ ਨਾ ਜੀ, ਮਾਇਆ ਰੱਖ ਤੇ ਇਲਾਜ ਹੋਏਗਾ। ਕੋਈ ਰੇਅਰ ਹਸਪਤਾਲ ਹੋਏਗਾ ਜਿਹੜਾ ਦਿਆ ਕਰ ਦੇਵੇ, ਨਹੀਂ, ਮਾਇਆ ਪਹਿਲੇ, ਇਲਾਜ ਡਾਇਗਨੋਸ ਬਾਅਦ 'ਚ, ਟੈਸਟ ਬਾਅਦ 'ਚ, ਟ੍ਰੀਟਮੈਂਟ ਬਾਅਦ 'ਚ, ਆਪਰੇਸ਼ਨ ਬਾਅਦ 'ਚ, ਪਹਿਲੇ ਮਾਇਆ ਨਹੀਂ ਹੈ, ਭਜਾਤਾ ਜਾਂਦਾ। ਉੱਥੇ ਇਹ ਕੰਮ ਨਹੀਂ ਜੀ। ਹੁਣ ਇੱਕ ਗਰੀਬ 300-400 ਰੁਪਇਆ ਦਿਹਾੜੀ ਕਮਾਉਂਦਾ ਹੈ, ਠੀਕ ਹੈ ਜੀ, 10-11 ਹਜ਼ਾਰ ਉਹਨੇ ਕਮਾਇਆ, ਵੱਡਾ ਪਰਿਵਾਰ ਹੈ, ਖਾ ਜਾਂਦਾ, ਮਹਿੰਗਾਈ ਇੰਨੀ, ਅੱਖਾਂ 'ਚ ਮੋਤੀਆ ਉਤਰ ਗਿਆ, ਮੋਤੀਆ ਪੱਕਦਾ ਗਿਆ, ਇਹ ਲੋਕ ਜਲਦੀ ਇਲਾਜ ਤਾਂ ਕਰਾਉਂਦੇ ਨਹੀਂ, ਪੱਕਦਾ ਉਹਦੀ ਰੋਸ਼ਨੀ ਖਤਮ। ਤੁਸੀਂ ਸਿਆਣੇ ਹੋ, ਜਦੋਂ ਮੋਤੀਆ ਪੱਕਦਾ ਜਾਂਦਾ ਰੋਸ਼ਨੀ ਘਟਦੀ ਜਾਂਦੀ, ਇੱਕ ਟਾਈਮ ਆਉਂਦਾ ਰੋਸ਼ਨੀ ਖਤਮ, ਬਲਾਈਂਡ ਹੋ ਜਾਂਦਾ, ਬਲਾਈਂਡ, ਉਦੋਂ ਇਹ ਭਜਦੇ। ਦੂਜੇ ਹਸਪਤਾਲ ਵਾਲੇ ਕਹਿੰਦੇ ਮਾਇਆ ਰੱਖ ਤੇ ਇਲਾਜ ਹੋਏਗਾ, ਮਾਇਆ ਇਹਦੇ ਕੋਲ ਹੈ ਨਹੀਂ। ਤੇ ਜਦੋਂ ਤੁਹਾਡੇ ਹਸਪਤਾਲ 'ਚ ਆਉਂਦਾ, ਇਹ ਨਹੀਂ ਕਿਹਾ ਜਾਂਦਾ ਮਾਇਆ ਨਾ, ਜੇ ਉਹਦੇ ਕੋਲ ਮਾਇਆ ਹੈ ਦੇਵੇ, ਨਹੀਂ ਹੈ ਉਹ ਇੱਕ ਵਾਰੀ ਕਹਿ ਦੇਵੇ ਮੇਰੇ ਕੋਲ ਮਾਇਆ ਨਹੀਂ, ਇਹ ਨਹੀਂ ਕਿਹਾ ਜਾਂਦਾ ਮਾਇਆ ਰੱਖ ਤੇ ਇਲਾਜ ਹੋਏਗਾ, ਨਾ ਬਈ ਨਾ। ਉਹ ਤੇਰੀ ਰੋਸ਼ਨੀ ਆਣੀ ਜ਼ਰੂਰੀ ਹੈ ਭਾਈ, ਮਾਇਆ ਤੇਰੇ ਖਾਤਰ ਹੀ ਸੰਗਤਾਂ ਦਿੰਦੀਆਂ ਨੇ। ਆਖੋ ਸਤਨਾਮ, ਤੇਰੇ ਖਾਤਰ। ਫਿਰ ਉਹਦੇ ਸਾਧ ਸੰਗਤ ਜਿਹੜਾ ਟੈਸਟ
ਜਿਹੜਾ ਚੈੱਕਅਪ ਆਪਰੇਸ਼ਨ ਦਵਾਈਆਂ, ਇਹ ਤੁਹਾਨੂੰ ਪਤਾ ਦਵਾਈਆਂ ਤੇ ਟੈਸਟ ਇਹ ਐਕਸਟਰਾ ਹੁੰਦੇ ਨੇ। ਆਪਰੇਸ਼ਨ ਤੋਂ ਬਾਅਦ ਜਿਹੜੀ ਦਵਾਈਆਂ ਤੁਸੀਂ ਕੈਮਿਸਟ ਕੋਲੋਂ ਵੱਖਰਾ ਲੈਂਦੇ ਹੋ, ਟੈਸਟ ਦੇ ਵੱਖਰੇ ਅਦਾ ਕਰਦੇ ਹੋ। ਇਹ ਆਪਰੇਸ਼ਨ ਫੀਸ ਹੁੰਦੀ ਹੈ ਜਿਹੜੀ 18-20 ਹਜ਼ਾਰ ਬਾਹਰ ਦੀ, ਤੇ 2950 ਖਾਲੀ ਆਪਰੇਸ਼ਨ ਫੀਸ ਹੈ ਸਾਡੀ 2950। ਬਾਕੀ ਟੈਸਟ ਵੱਖਰੇ ਹੁੰਦੇ ਨੇ, ਦਵਾਈਆਂ ਵੱਖਰੀਆਂ। ਇਹ ਨੈਚੁਰਲ ਪ੍ਰੋਸੈਸ ਹੈ ਜੀ, ਪ੍ਰੋਸੈਸ ਹੈ। ਤੇ ਹੁਣ ਜਿਹਦੇ ਕੋਲ ਰੋਟੀ ਖਾਣ ਜੋਗੀ ਮਾਇਆ ਨਹੀਂ, ਉਹ ਕੀ ਕਰੇ? ਫਿਰ ਉਹਦਾ ਚੈੱਕਅਪ ਵੀ ਫਰੀ, ਉਹਦੇ ਟੈਸਟ ਵੀ ਜਿਹੜੇ 700-800 ਦੇ ਹੋਣੇ ਉਹ ਵੀ ਫਰੀ, ਉਹਦਾ ਆਪਰੇਸ਼ਨ ਵੀ ਫਰੀ, ਉਹਦੇ ਦਵਾਈਆਂ ਉਹ ਵੀ ਜਿਹੜੀ 900-1000 ਰੁਪਏ ਦੀ ਦਵਾਈਆਂ 800-900 ਦੀਆਂ ਆਉਂਦੀਆਂ ਉਹ ਵੀ ਫਰੀ, ਝੋਲਾ ਭਰ ਕੇ ਦੇ ਦਈਦਾ, ਲੈ ਬਈ ਲੈ ਜਾ। ਸਾਧ ਸੰਗਤ, ਇਹ ਗੁਰੂ ਨਾਨਕ ਦੀ ਕਿਰਪਾ ਸੀ। ਐਵੇਂ ਅਸੀਂ ਡੀਂਗਾ ਜੀਆਂ ਮਾਰੀ ਜਾਈਏ, ਫਰੀ ਕਰਦੇ ਆ, ਕਦੇ ਨਾ ਕਰ ਸਕੀਏ, ਕਦੇ ਨਾ ਕਰ ਸਕੀਏ। ਸਾਧ ਸੰਗਤ, ਜੇ ਤੁਹਾਡੇ ਵਿੱਚੋਂ ਦਾਨੀ ਸੱਜਣ ਪਿਆਰ ਨਾ ਦੇਣ, ਆਖੋ ਸਤਨਾਮ। ਹਰ ਸਟੇਜ ਤੋਂ ਮੈਂ ਗੱਲ ਕਹੀ ਨਾ, ਔਰ ਹਰ ਥਾਂ ਤੇ ਤੁਹਾਡੇ ਵਰਗੇ ਗੁਰੂ ਨਾਨਕ ਨਾਮ ਲਿਆ ਜਿਹੜੇ ਦਸਵੰਧ ਕੱਢਦੇ ਨੇ, ਪਿਆਰ ਬਖਸ਼ਦੇ ਨੇ। ਕਿਉਂਕਿ ਜਿਹੜੇ ਦਸਵੰਧ ਕੱਢਦੇ ਨੇ ਉਹ ਚਾਹੁੰਦੇ ਨੇ ਵੀ ਸਾਡਾ ਦਸਵੰਧ ਐਸੀ ਥਾਂ ਤੇ ਲੱਗ ਜਾਏ ਵੀ ਜਿਹੜਾ ਟਿਕਾਣੇ ਤੇ ਜਾ ਕੇ ਵੱਜੇ, ਵਾਕਈ ਲੋੜਵੰਦ ਬੰਦੇ ਕੋਲ ਜਾ ਕੇ ਲੱਗੇ। ਐਦਾਂ ਮੁੱਠੀ ਬੰਦ ਜੀ ਭਾਈ ਸਾਹਿਬ 2950 ਗਿਆ ਸੀ ਨਾ, ਆ ਲੋ 2 ਆਪਰੇਸ਼ਨ, ਆ ਲੋ 5 ਆਪਰੇਸ਼ਨ, ਆ ਲੋ 1 ਆਪਰੇਸ਼ਨ, 1 ਅੱਖ ਦੀ ਰੋਸ਼ਨੀ ਸਾਡੇ ਵੱਲੋਂ, ਆਖੋ ਸਤਨਾਮ। ਇਹ 2 ਅੱਖਾਂ ਦੀ ਰੋਸ਼ਨੀ ਸਾਡੇ ਵੱਲੋਂ, ਇਹ 5 ਅੱਖਾਂ ਦੀ ਰੋਸ਼ਨੀ ਸਾਡੇ ਵੱਲੋਂ। ਔਰ ਮੈਂ ਗੁਰੂ ਦੀ ਹਜ਼ੂਰੀ ਕਹਿ ਰਿਹਾ ਜੀ, ਕਦੇ ਆਇਓ ਵੇਖਿਓ, ਜਿਸ ਬੰਦੇ ਦਾ ਆਪਰੇਸ਼ਨ ਹੁੰਦਾ ਨਾ ਫ੍ਰੀ, ਉਹ ਧਰਤੀ ਤੇ ਲੰਮੇ ਪੈ ਪੈ ਕੇ ਸਾਧ ਸੰਗਤ ਧੰਨਵਾਦ ਕਰਦਾ। ਉਹਨੂੰ ਖੜੇ ਕਰਕੇ ਫਿਰ ਅਰਦਾਸ ਕਰਵਾਈ ਦੀ ਹੈ। ਅਰਦਾਸ ਕਰ ਕਿਹਦੀ? ਕਿ ਜਿੰਨੇ ਮੇਰਾ ਆਪਰੇਸ਼ਨ ਕਰਾਇਆ ਸੱਚੇ ਪਾਤਸ਼ਾਹ ਉਹਦੇ ਘਰ 'ਚ ਖੁਸ਼ੀਆਂ ਤੇ ਖੇੜੇ ਰੱਖੀ, ਆਖੋ ਸਤਨਾਮ। ਉਹਦੇ ਘਰ 'ਚ ਖੁਸ਼ੀਆਂ ਤੇ ਖੇੜੇ, ਉਹਦੇ ਕੋਲ ਅਰਦਾਸ ਕਰਵਾਈ ਦੀ ਹੈ। ਤੁਸੀਂ ਮਾਇਆ ਦਿੱਤੀ, ਉਹਦਾ ਆਪਰੇਸ਼ਨ ਹੋ ਗਿਆ, ਉਹਦਾ ਤਾਂ ਭਲਾ ਹੋ ਗਿਆ। ਹੁਣ ਜਿੰਨੇ ਮਾਇਆ ਦਿੱਤੀ ਆਪਰੇਸ਼ਨ ਦੀ, ਕਿ ਆ ਲੋ ਜੀ 1 ਆਪਰੇਸ਼ਨ, ਆ ਲੋ 5 ਆਪਰੇਸ਼ਨ, ਉਹਦਾ ਭਲਾ ਕਿਵੇਂ ਹੋਏਗਾ? ਉਹਦੇ ਕੋਲ ਫਿਰ ਅਰਦਾਸ ਕਰਵਾਈ ਦੀ ਹੈ। ਜੇ ਇਸਲਾਮ ਧਰਮ ਦਾ ਅੱਲਾਹ ਪਾਕ ਦੇ ਚਰਨਾਂ 'ਚ ਅਰਦਾਸ ਕਰ, ਹਿੰਦੂ ਧਰਮ ਦਾ ਆਪਣੇ ਭਗਵਾਨ ਦੇ ਚਰਨਾਂ 'ਚ, ਜਿਹਨੂੰ ਵੀ ਤੂੰ ਮੰਨਦਾ ਹੈ, ਸਿੱਖ ਹੈ ਵਾਹਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰ, ਗੁਰੂ ਨਾਨਕ ਸਾਹਿਬ ਦੇ, ਕਿ ਹੇ ਸੱਚਿਆ ਪਾਤਸ਼ਾਹ, ਮੈਨੂੰ ਨਹੀਂ ਪਤਾ ਕਿੰਨੇ ਆਪਰੇਸ਼ਨ ਮੇਰਾ ਪੈਸਾ ਦੇ, ਪਰ ਜਿਹਨੇ ਵੀ ਦਿੱਤਾ ਮਾਲਕਾ ਭਰਿਆ ਰੱਖੀ, ਉਹਦੇ ਘਰ 'ਚ ਖੁਸ਼ੀਆਂ ਤੇ ਖੇੜੇ ਨੱਚਦੇ ਰਹਿਣਾ, ਖੋ ਸਤਨਾਮ। ਇਹ ਇਦਾਂ ਉਹ ਜਦੋਂ ਸੀਸ ਦਿੰਦਾ, ਆਂਦਰਾਂ ਤੋਂ ਦਿੰਦਾ ਸੰਗਤ ਜੀ, ਆਂਦਰਾਂ। ਉਹ ਅਸੀਸਾਂ ਤੁਹਾਡੀ ਝੋਲੀ ਦੇ ਵਿੱਚ ਪੁੰਨ ਬਣ ਕੇ ਪੈਂਦੀਆਂ ਨੇ, ਪੁੰਨ। ਉਹ ਪੁੰਨ ਸੁੱਖ ਦਾ ਰੂਪ ਧਾਰਨ ਕਰਦੀਆਂ। ਇਹ ਇੱਕ ਇੱਕ ਦਮੜਾ ਤੁਹਾਡਾ ਗੁਰੂ ਦੀ ਕਿਰਪਾ ਦੇ ਨਾਲ ਸਾਧ ਸੰਗਤ ਜੀਓ, ਬਖਸ਼ਿਸ਼ ਦੇ ਨਾਲ ਉੱਥੇ ਜਾ ਕੇ ਹਸਪਤਾਲਾਂ ਦੇ ਆਪ ਜੀ ਨੂੰ ਜਾਣ ਕੇ ਖੁਸ਼ੀ ਹੋਏਗੀ। ਤਕਰੀਬਨ ਅਪਰੋਕਸੀਮੇਟ ਹਰ ਮਹੀਨੇ ਸਾਧ ਸੰਗਤ ਤਕਰੀਬਨ 2 ਤੋਂ 2.5 ਲੱਖ ਰੁਪਏ ਦੀ ਦਵਾਈ ਫ੍ਰੀ ਵੰਡੀ ਜਾਂਦੀ ਹੈ ਗਰੀਬਾਂ ਦੇ। ਹਰ ਮਹੀਨੇ ਐਵਰੀ ਮੰਥ ਇਹ ਖਰਚਾ ਪੱਕਾ ਹੈ। 2-2.5 ਲੱਖ ਰੁਪਏ ਦੀ ਦਵਾਈ ਵੰਡੀ ਜਾਂਦੀ ਹੈ। ਜਿਹੜਾ ਕੋਈ ਗਰੀਬ ਬੰਦਾ ਆ ਗਿਆ ਉਹਨੂੰ ਮਨਾ ਨਹੀਂ ਕੀਤਾ ਜਾਂਦਾ, ਗੁਰੂ ਦੀ ਬਖਸ਼ਿਸ਼ ਦੇ ਨਾਲ ਸਾਧ ਸੰਗਤ ਜੀਓ। ਇਹ ਤੁਹਾਡਾ ਦਮੜਾ ਉੱਥੇ ਵਰਤਿਆ ਜਾਂਦਾ। ਹਾਂ, ਇੱਕ ਬੇਨਤੀ ਦਾਸ ਹੋਰ ਕਰਨ ਲੱਗਾ ਜੀ, ਕਿਉਂਕਿ ਜੋ ਮੈਂ ਤੁਹਾਨੂੰ ਪਹਿਲੇ ਦੱਸਦਾ ਕਿ ਇੱਥੇ ਦਿੱਲੀ ਯੂਨਿਟ ਸਾਡਾ ਚੱਲ ਰਿਹਾ। ਸਾਧ ਸੰਗਤ, ਜਿੰਨੀ ਮਾਇਆ ਤੁਸੀਂ ਦਿੰਦੇ ਹੋ, ਪ੍ਰਬੰਧਕ ਦਿੰਦੇ ਨੇ। ਇੱਕ ਤਾਂ ਉਹ, ਇੱਕ ਡੋਨਰਸ਼ਿਪ ਤਕਰੀਬਨ 14-15 ਲੱਖ ਰੁਪਈਆ ਹਰ ਮਹੀਨੇ ਦਾ ਖਰਚਾ ਜੀ, ਰਨਿੰਗ ਐਕਸਪੈਂਸ ਸਾਨੂੰ ਚਾਹੀਦਾ ਹੀ ਚਾਹੀਦਾ। ਉਹਦੇ ਲਈ ਫਿਰ ਅਸੀਂ ਜੁਗਤੀ ਵਰਤੀ ਹੈ ਡੋਨਰਸ਼ਿਪ ਦੀ। ਆਪਣੇ ਦਸਵੰਧ ਚੋਂ ਕੋਈ 250, ਕੋਈ 500, ਕੋਈ 1000 ਲਿਖਵਾ ਦਿੰਦਾ। ਬਾਹਰ ਸਟਾਲ ਲੱਗਾ, ਮੈਂ ਹੱਥ ਬਣ ਬੇਨਤੀ ਕਰਨ ਲੱਗਾ ਸੰਗਤ ਜੀ, ਤੁਹਾਨੂੰ 250-500 ਦੇ ਨਾਲ ਕੋਈ ਫਰਕ ਨਹੀਂ ਪੈਣਾ। ਤੁਹਾਡੇ ਲਈ 500 ਕੀ ਹੈ? ਅੱਜ ਬਾਹਰ ਵੈਸੇ ਹੀ ਬੱਚਿਆਂ ਨੂੰ ਲੈ ਕੇ ਜਾਈਦਾ, ਆਰਾਮ ਦੇ ਨਾਲ 1000-1500 ਖੁੱਲ ਜਾਂਦਾ। ਤੁਸੀਂ 500 ਲਿਖਵਾਇਆ, ਸਾਡਾ ਸਿੰਘ ਤੁਹਾਡੇ ਕੋਲ ਆਏਗਾ, ਮਾਇਆ ਲੈ ਕੇ ਰਸੀਦ ਦੇ ਕੇ ਜਾਏਗਾ, ਐਗਜ਼ੈਂਪਟਡ ਟੂ ATG। ਤੁਸੀਂ ਇਨਕਮ ਟੈਕਸ ਨੂੰ ਸ਼ੋਅ ਕਰਕੇ 50% ਰਿਬੇਟ ਲੈ ਸਕਦੇ ਹੋ। ਹੁਣ ਰਿਟਰਨਾਂ ਭਰਨੀਆਂ ਹੁੰਦੀਆਂ ਬੰਦੇ ਨੇ, ਸਰਟੀਫਿਕੇਟ ਸਾਡੇ ਵੱਲੋਂ ਸੰਸਥਾ ਵੱਲੋਂ ਆ ਜਾਂਦਾ, ਉਹ 50% ਰਿਬੇਟ ਤੁਹਾਨੂੰ ਵੈਸੇ ਮਿਲ ਜਾਂਦੀ, ਨਾਲੇ ਪੁੰਨ ਨਾਲੇ ਫਲੀਆਂ। ਤੇ 500 ਤੁਹਾਡੇ ਲਈ ਕੋਈ ਬਹੁਤ ਵੱਡੀ ਗੱਲ ਨਹੀਂ, 250 ਕੋਈ ਬਹੁਤ ਵੱਡੀ ਬਾਤ ਨਹੀਂ ਸੰਗਤ ਜੀ। ਬਕਾਇਦਾ ਦਿੱਲੀ ਦੇ ਵਿੱਚ ਸਾਡੇ ਸਿੰਘ ਸਾਹਿਬ ਤੁਹਾਡੇ ਕੋਲ ਆਣਗੇ, ਮਾਇਆ ਲੈ ਕੇ ਰਸੀਦ, ਜਿੱਥੇ ਦਾ ਵੀ ਤੁਸੀਂ ਐਡਰੈਸ ਦਿਓਗੇ ਉਹ ਲੈ ਕੇ ਰਸੀਦ, ਤੁਹਾਨੂੰ ਰਸੀਦ ਦੇ ਕੇ ਜਾਣਗੇ ਗੁਰੂ ਦੀ ਕਿਰਪਾ। ਉਹ ਤੁਹਾਡਾ ਇੱਕ ਇੱਕ ਦਮੜਾ ਮਨੁੱਖਤਾ ਦੇ ਕਾਰਜ ਨੂੰ ਸਮਰਪਿਤ ਹਸਪਤਾਲਾਂ ਦੇ, ਕਿਉਂਕਿ ਮਨੁੱਖਤਾ ਦੀ ਸੇਵਾ ਹੀ ਸਾਧ ਸੰਗਤ ਪਰਮਾਤਮਾ ਦੀ ਸੇਵਾ ਹੈ। ਕਿਸੇ ਇੱਕ ਦੀ ਅਸੀਸ ਪਤਾ ਨਹੀਂ ਕਿਹੜੇ ਕਰਮ ਸਾਧ ਸੰਗਤ ਖੋਲ ਦਿੰਦੀ, ਆਖੋ ਸਤਨਾਮ। ਆ ਹੱਥ ਬੰਨ ਚਰਨਾਂ 'ਚ ਬੇਨਤੀ। ਬਾਹਰ ਸਟਾਲ ਲੱਗਾ ਜੀ, ਆਪ ਜੀ ਨੇ ਜਦੋਂ ਬਾਹਰ ਜਾਣਾ ਜ਼ਰੂਰ ਫਾਰਮ ਭਰਨਾ ਕਿ 500-250 ਇਸ ਹਸਪਤਾਲ ਵਾਸਤੇ, ਗੁਰੂ ਦੀ ਕਿਰਪਾ ਦੇ ਨਾਲ। ਤੇ ਇੱਕ ਬੇਨਤੀ ਮੈਂ ਹੋਰ ਕਰਦੇ ਆ, ਆ ਸਾਧ ਸੰਗਤ ਇੱਕ ਚਿਪ ਤਿਆਰ ਕੀਤੀ ਗਈ ਹੈ, ਇਹ ਸ਼ਾਇਦ ਆਪ ਜੀ ਨੂੰ ਪਤਾ ਹੋਵੇ।
ਇਲੈਕਟ੍ਰੋਨਿਕ ਚਿਪ ਹੈ ਜੀ। ਇਹਦੇ 'ਚ 5 ਧੁਨਾਂ ਨੇ, 3 ਵਾਹਿਗੁਰੂ ਧੁਨ, 2 ਧੰਨ ਗੁਰੂ ਨਾਨਕ ਦੀ ਧੁਨ। ਇੱਥੇ ਬਟਨ ਲੱਗਾ ਸਾਈਡ ਤੇ ਗੁਰੂ ਦੀ ਕਿਰਪਾ ਦੇ ਨਾਲ ਇਹ ਦੋਨਾਂ ਦੇ ਚਰਨਾਂ 'ਚ ਮੈਂ ਬੇਨਤੀ ਕਰ ਲਾਂ, ਗੁਰਮੁਖਾਂ ਦੇ ਵੀ ਤੇ ਬੀਬੀਆਂ ਦੇ ਵੀ। ਗੁਰਮੁਖਾਂ ਦੇ ਬੇਨਤੀ ਆ ਹੈ, ਇਹਨੂੰ ਦੁਕਾਨ 'ਚ ਲਾਓ। ਜਦੋਂ ਤੁਸੀਂ ਸ਼ਟਰ ਬੰਦ ਕਰਕੇ ਵਾਪਸ ਆ ਗਏ, ਹੁਣ ਸ਼ਟਰ ਬੰਦ ਹੈ, ਦੁਕਾਨ ਤੁਹਾਡੀ ਬੰਦ ਹੈ, ਪਰ ਅੰਦਰ ਚਿਪ ਚਲਦੀ ਪਈ ਹੈ। ਵਾਹਿਗੁਰੂ 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 ਵਾਹਿ, ਇਹ ਸਿਮਰਨ ਚੱਲ, ਦਾਸ ਦੀ ਆਵਾਜ਼ ਇਹਦੀ ਇਹਦੇ 'ਚ। ਵਾਹਿਗੁਰੂ 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 ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ। ਅੰਦਰ ਸਿਮਰਨ ਚੱਲ ਰਿਹਾ, ਵਾਹਿਗੁਰੂ ਸਿਮਰਨ ਚੱਲ, ਸ਼ਟਰ ਬੰਦ ਹੈ, ਦੁਕਾਨ ਬੰਦ ਹੈ, ਅੰਦਰ ਸਿਮਰਨ ਚੱਲ ਰਿਹਾ। ਜਿੱਥੇ ਵਾਹਿਗੁਰੂ ਜੀ ਦਾ ਨਾਮ ਹੋਏਗਾ ਉੱਥੇ ਵਾਹਿਗੁਰੂ ਜੀ ਦੀ ਕਲਾ ਵਰਤਦੀ ਹੈ ਜੀ। ਇਹਨੂੰ ਆਪਣੀ ਹੱਡੀਆਂ 'ਚ, ਦੁਕਾਨਾਂ 'ਚ, ਫੈਕਟਰੀਆਂ 'ਚ, ਆਪਣੇ ਘਰ, ਜਿੱਥੇ ਮਰਜ਼ੀ ਆਪ ਜੀ ਲਾਓ, ਉੱਥੇ ਵਾਈਬ੍ਰੇਸ਼ਨ ਵਾਹਿਗੁਰੂ ਨਾਮ ਦੀ ਬਣੀ ਰਹੇਗੀ। ਤੇ ਬੀਬੀਆਂ ਦੇ ਚਰਨਾਂ 'ਚ ਖਾਸ ਮੈਂ ਬੇਨਤੀ ਕਰਨ ਲੱਗਾ, ਬੀਬੀਓ ਸੁਣਿਓ, ਇਹਨੂੰ ਕਿਚਨ 'ਚ ਲਾਓ। ਕਿਚਨ ਅੱਜ ਤਾਂ ਯੁੱਗ ਗਿਆ, ਉਹ ਯੁੱਗ ਪੁਰਾਤਨ ਸਾਡੇ ਬਜ਼ੁਰਗ ਬੈਠੇ ਨੇ, ਇਹਨਾਂ ਨੂੰ ਪਤਾ ਚੰਗੀ ਤਰ੍ਹਾਂ। ਦਾਸ ਨੇ ਵੀ ਉਹ ਸਮਾਂ ਵੇਖਿਆ ਸਾਧ ਸੰਗਤ। ਅੱਗੇ ਬੀਬੀਆਂ ਚੌਂਕੇ 'ਚ ਜਦੋਂ ਐਂਟਰ ਹੁੰਦੀਆਂ ਸਨ ਨਾ ਜੀ, ਚੌਂਕੇ 'ਚ ਉਹ ਐਂਟਰ ਹੁੰਦਿਆਂ ਸਾਰ ਆਪਣਾ ਗੁਰਬਾਣੀ ਦਾ ਜਾਪ, ਮੂਲ ਮੰਤਰ, ਗੁਰ ਮੰਤਰ ਜਾਪ ਸ਼ੁਰੂ ਕਰ ਦੇਣਾ। ਤੇ ਸਾਧ ਸੰਗਤ ਪੁਰਾਤਨ ਸਮੇਂ ਦੀ ਮੈਂ ਗੱਲ ਕਰ ਰਿਹਾ। ਆਟਾ ਗੁੰਦਿਆਂ ਗੁੰਦਿਆਂ ਵਾਹਿਗੁਰੂ, ਆਟਾ ਗੁੰਦਿਆਂ ਗੁੰਦਿਆਂ ਜਪਜੀ ਸਾਹਿਬ, ਆਟਾ ਗੁੰਦਿਆਂ ਗੁੰਦਿਆਂ ਮੂਲ ਮੰਤਰ, ਪ੍ਰਸ਼ਾਦਾ ਤਵੇ ਤੇ ਪਾਉਂਦਿਆਂ ਜਪਜੀ ਸਾਹਿਬ। ਕਈ ਤਾਂ ਬੀਬੀਆਂ ਮੂੰਹ ਬੰਦ ਕਰਕੇ, ਮੂੰਹ ਢੱਕ ਕੇ ਆਟਾ ਗੁੰਦ, ਕਿਉਂ? ਥੁੱਕ ਨਾ ਗਿਰ ਜਾਏ, ਝੂਠਾ ਨਾ ਹੋ, ਇੰਨੀ ਸੁਚਮਤਾ ਕਈ ਰੱਖਦੇ ਸਨ ਉਹ ਪੁਰਾਤਨ। ਅੱਗੇ ਤਾਂ ਹੀ ਤਾਂ 1 ਲੱਖ ਚੰਗੇ ਹੁੰਦੇ ਸਨ, ਤਗੜੇ ਹੁੰਦੇ ਸਨ, ਸੁੱਚੇ ਹੁੰਦੇ ਸਨ 1 ਲੱਖ ਸਿੰਘਾਂ ਦੇ ਸਾਧ ਸੰਗਤ। ਤੇ ਅੱਜ ਇੱਥੇ ਮੋਬਾਈਲ ਲੱਗਾ ਹੁੰਦਾ, ਇੱਥੇ ਤੇ ਇੱਥੇ ਮੋਬਾਈਲ ਲੱਗਾ ਤੇ ਏਦਾਂ ਆਟਾ ਗੁੰਦੀ ਹੁੰਦੀ। ਅੱਛਾ ਅੱਛਾ, ਉਹਨੇ ਏਦਾਂ ਕਿਹਾ, ਹਾਏ ਏਦਾਂ ਨਹੀਂ ਕਹਿਣਾ ਚਾਹੀਦਾ। ਐਵੇਂ ਉਹੀ ਨਿੰਦਿਆ ਵਾਲੇ ਬੋਲ, ਚੁਗਲੀ ਦੇ ਬੋਲ, ਈਰਖਾ ਦੇ ਬੋਲ, ਉਹੀ ਵਾਈਬ੍ਰੇਸ਼ਨਾਂ ਆਟੇ 'ਚ ਜਾ ਰਹੀ। ਓਹੋ ਆ ਗਲਤ ਕੀਤਾ ਜੀ, ਨਹੀਂ ਨਹੀਂ ਚੁਗਲੀ ਕਰਦੇ ਪਏ, ਏਦਾਂ ਨਹੀਂ ਕਰਨਾ ਚਾਹੀਦਾ, ਹਾਏ ਏਦਾਂ ਗਲਤ ਕਰਤਾ ਉਹਨੇ। ਉਦਾਂ ਹੀ ਆਟਾ ਗੁੰਨੀ, ਉਹ ਗੰਦ ਪਾਈ ਜਾਂਦੇ, ਉਹ ਸਾਧ ਸੰਗਤ ਪ੍ਰਸ਼ਾਦੇ 'ਚ ਵਾਈਬ੍ਰੇਸ਼ਨ, ਉਹ ਆਪਾਂ ਦਾਲ ਸਬਜ਼ੀ। ਖਤਮ ਹੋ ਗਏ 1 ਲੱਖ ਸਾਡੇ। ਕਿਚਨ 'ਚ ਲਗਾਓ ਇਹਨੂੰ। ਨਹੀਂ ਅਗਰ ਇਹ ਲਗਾਣੀ ਨਾ ਐਪਰੇਟਸ, ਮੇਰਾ ਮਕਸਦ ਖਾਲੀ ਆ ਹੈ, ਤੁਹਾਡੇ ਚੌਕੇ 'ਚ, ਤੁਹਾਡੇ ਰਸੋਈ ਘਰ 'ਚ ਭਜਨ ਚੱਲੇ। ਭਜਨ, ਉਹ ਭਜਨ ਭੋਜਨ ਨੂੰ ਪਵਿੱਤਰ ਕਰੇਗਾ। ਭੋਜਨ ਨੂੰ, ਇਹ ਮੈਨੂੰ ਸਮੱਤ ਦਿੱਤੀ ਸੀ ਜੀ ਲੁਧਿਆਣੇ ਦੀ ਬੀਬੀਆਂ ਨੇ, ਲੁਧਿਆਣੇ ਦੀ ਭੈਣਾਂ ਨੇ। ਔਰ ਮੈਂ ਹਰ ਸਟੇਜ ਤੇ, ਕਿਉਂਕਿ ਚੰਗੀ ਚੀਜ਼ ਹੈ, ਗੁਣ ਵਾਲੀ ਚੀਜ਼ ਹੈ, ਗੁਣਾ ਕਾ ਹੋਵੇ ਵਾਸਲਾ ਕਡਵਾਸ ਲਹੀ ਜੈ, ਜੇ ਗੁਣ ਹੋਵਣ ਸਾਜਣਾ ਮਿਲ ਸਾਂਝ ਕਰੀਜੈ। ਮੈਨੂੰ ਗੁਣ ਮਿਲਿਆ, ਮੈਂ ਤਾਂ ਸਾਂਝ ਕਰ ਰਿਹਾ। ਲੁਧਿਆਣੇ ਦੀਆਂ ਭੈਣਾਂ ਨੇ ਮੈਨੂੰ ਕਿਹਾ, ਕਹਿੰਦੇ ਵੀਰ ਜੀ ਆਨੰਦ ਬਣ ਗਿਆ। ਕਹਿੰਦੇ ਆ ਚਿਪ ਐਸੀ ਬਣਾਈ, ਕਹਿੰਦੇ ਲਾ ਦਈ ਦੀ ਆ, ਉੱਚਾ ਵੋਲਿਊਮ ਕਰ ਦਿੱਤਾ। ਦਾਸ ਦੀ ਆਵਾਜ਼ ਹੈ ਜੀ ਸਿਮਰਨ ਦੀ, ਉੱਚਾ ਵੋਲਿਊਮ ਕਰਤਾ। ਇਹ ਆਮ ਗੱਲ ਹੈ, ਜਦੋਂ ਕੋਈ ਇੱਕ ਬੰਦਾ ਸਿਮਰਨ ਕਰਦਾ ਨਾ, ਤੁਹਾਡਾ ਸਿਮਰਨ ਵੀ ਸ਼ੁਰੂ ਹੋ ਜਾਏਗਾ। ਕਹਿੰਦੇ ਤੁਹਾਡਾ ਸਿਮਰਨ, ਕਹਿੰਦੇ ਵੀਰ ਸ਼ੁਰੂ ਕਰਵਾ ਲਈ, ਉੱਚਾ ਹੋ ਗਿਆ ਸਿਮਰਨ। ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ ਆਟਾ ਗੁੰਨ ਲਈਦਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ ਪ੍ਰਸ਼ਾਦਾ ਤਵੇ ਤੇ ਪਾ ਲਈਦਾ, ਵਾਹਿਗੁਰੂ ਵਾਹਿਗੁਰੂ ਕਰਦਿਆਂ ਨੂੰ ਦਾਲ ਸਬਜ਼ੀ ਰੇੜ ਲਈਦੀ ਹੈ। ਮੈਂ ਕਿਹਾ ਸੱਚ, ਉਹ ਜਿਸ ਭੋਜਨ 'ਚ ਭਜਨ ਪੈ ਗਿਆ, ਜਦੋਂ ਕੋਈ ਉਹ ਭੋਜਨ ਛਕੇਗਾ, ਭਜਨ ਅੰਦਰ ਚਲੇਗਾ। ਜੈਸਾ ਅੰਨ ਤੈਸਾ ਮਨ, ਉਦਾਂ ਦੀ ਅੰਦਰ ਵਾਈਬ੍ਰੇਸ਼ਨਾਂ ਬਣਦੀਆਂ। ਆਹ ਚਿਪ ਵੀ ਤੁਸੀਂ ਬਾਹਰੋਂ ਲੈ ਸਕਦੇ ਹੋ। ਇੱਕ ਪੈਨ ਡਰਾਈਵ ਸਾਧ ਸੰਗਤ ਵੱਡੀ ਤਿਆਰ ਕੀਤੀ ਗਈ ਹੈ, ਸਿੱਧਾ 16 GB ਦੀ। ਤਕਰੀਬਨ ਹੁਣ ਅੱਜ ਜਿਹੜਾ ਤੁਸੀਂ ਵਡਿਆਈ ਦਾ ਵਿਸ਼ਾ ਸੁਣਿਆ ਸਬਜੈਕਟ, ਇਦਾਂ 150 ਵਿਸ਼ੇ, ਮਤਲਬ 150 ਵਿਸ਼ੇ, 200 ਘੰਟੇ ਦਾ ਕੀਰਤਨ ਸਾਧ ਸੰਗਤ। ਉਹ ਪੈਨ ਡਰਾਈਵ, ਇੱਕ ਪੈਨ ਡਰਾਈਵ ਲੈ ਲਈ, ਉਹ ਤੁਰਦੀ ਰਹੇਗੀ ਸਾਧ ਸੰਗਤ, ਤੁਰਦੀ ਜਾਂਦੀ ਹੈ। ਲੰਬਾ ਕੀਰਤਨ 200 ਘੰਟੇ ਦਾ, ਉਹ ਵੀ ਆਪ ਜੀ ਬਾਹਰੋਂ ਪ੍ਰਾਪਤ ਕਰ ਸਕਦੇ ਹੋ। ਰੋਮ ਰੋਮ ਸ਼ੁਕਰਾਨੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਆਓ ਪੰਕਤੀਆਂ ਪੜ੍ਹੀਏ, ਕਰੀਏ ਜੀ ਸਮਾਪਤੀ। ਮੈਂ ਗੁਰੂ ਦੇ ਭਰੋਸੇ ਤੇ ਕਹਿ ਰਿਹਾ, ਅੱਜ ਤੁਸੀਂ ਬੈਠੇ ਹੋ ਨਾ, ਅੱਜ ਬੈਠੇ ਹੋ, ਗੁਰੂ ਹਰਕ੍ਰਿਸ਼ਨ ਸਾਹਿਬ ਵੀ ਅੱਜ ਤੁਹਾਨੂੰ ਖਾਲੀ ਨਹੀਂ ਤੋਰਨਗੇ। ਆਖੋ ਸਤਿਨਾਮ ਵਾਹਿਗੁਰੂ। ਗੁਰੂ ਦੇ ਭਰੋਸੇ ਤੇ ਬੈਠੇ ਹੋ ਨਾ, ਗੁਰੂ ਦੇ ਭਰੋਸੇ ਤੇ ਬੈਠੇ ਹੋ, ਅੱਜ ਨਹੀਂ ਖਾਲੀ ਤੋਰਨਗੇ, ਕੁਛ ਨਾ ਕੁਛ ਤਾਂ ਦੇ ਕੇ ਤੋਰਨਗੇ। ਆਖੋ ਸਤਿਨਾਮ ਵਾਹਿਗੁਰੂ। ਮਾਣ ਨਾਲ ਗਰਜ ਕੇ ਬੋਲੋ ਜੀ, ਸਾਰੇ ਬੋਲੋ। ਬਾਬੁਲ ਮੇਰਾ ਵੱਡ ਸਮਰਥਾ, ਬਾਬੁਲ ਮੇਰਾ ਵੱਡ ਸਮਰਥਾ, ਕਰਨ ਕਾਰਨ ਪ੍ਰਭ ਹਾਰਾ,
ਪ੍ਰਭ ਹਾਰਾ ਬਾਬੁਲ ਮੇਰਾ ਵੱਡ ਸਮਰੱਥਾ ਬਾਬੁਲ ਮੇਰਾ ਵੱਡ ਸਮਰੱਥਾ ਬਾਬੁਲ ਮੇਰਾ ਵੱਡ ਸਮਰੱਥਾ ਕੀਰਤਨਪ੍ਰਧਾਨ.com ਇਹਨਾਂ ਦਾ ਵੀ ਧੰਨਵਾਦ। ਲਾਈਵ ਜਾ ਰਿਹਾ, ਰਿਕਾਰਡ ਕਰ ਰਹੇ, ਲਾਈਵ ਹੈ। ਇਹਨਾਂ ਦਾ ਵੀ ਧੰਨਵਾਦ ਜਿਹੜਾ ਦੂਰ ਦਰਾਡੇ ਤੱਕ ਇਸ ਸਮਾਗਮ ਨੂੰ ਲਾਈਵ ਕਰ ਰਹੇ ਨੇ। ਸਤ ਸੰਗਤ ਆਓ ਬਿਨਾਂ ਸਾਜ਼ਾਂ ਦੇ ਇੱਕ ਵਾਰੀ ਪੰਕਤੀ ਪੜ੍ਹ ਕੇ ਫਿਰ ਨਾਲ ਹੀ ਆਨੰਦ ਸਾਹਿਬ ਲਾ ਜਾਵਾਂਗੇ ਜੀ। ਜਥਾ ਦਾਸ ਦੇ ਨਾਲ ਬੋਲੇਗਾ, ਫਿਰ ਆਪ ਜੀ ਨੇ ਸਾਰਿਆਂ ਨੇ ਇੱਕ ਵਾਰੀ ਪਿੱਛੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਪਿਆਰ ਸਤਿਕਾਰ 'ਚ ਬੋਲੀ ਜੀ। ਬਾਬੁਲ ਮੇਰਾ ਵੱਡ ਸਮਰੱਥਾ ਸਾਰੀ ਸੰਗਤ ਬਾਬੁਲ ਵਾਹ 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 ਕਰਨ ਕਾਰਣ ਪ੍ਰਭ ਹਾਰਾ ਕਰਨ ਕਾਰਣ ਪ੍ਰਭ ਹਾਰਾ ਕਰਨ ਕਾਰਣ ਪ੍ਰਭ ਹਾਰਾ ਕਰਨ ਬਲਹਾਰ ਕਰਨ ਵਾਹਿਗੁਰੂ ਬਾਬੁਲ ਮੇਰਾ ਵੱਡ ਸਮਰੱਥਾ ਬੋਲੋ ਸੰਗਤ ਜੀ ਬਾਬੁਲ ਵੱਡ ਸਮਰੱਥਾ ਰਾਮਕਲੀ ਮਹੱਲਾ ਤੀਜਾ ਆਨੰਦ ਓੰਕਾਰ ਸਤਿਗੁਰੇ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਵਾਇਆ ਸਤਿਗੁਰ ਨਾ ਵਾਇਆ ਸੇਤੀ ਮਨਵੀਆਂ ਵਧਾਈਆਂ ਰਾਗ ਰਤਨ ਪਰਵਾਰ ਵਰੀਆਂ ਸ਼ਬਦ ਗਾਵਣ ਆਈਆਂ ਜਗੋਤ ਗਾਵੋ ਹਰੀ ਕੇਰਾ ਮਨ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰੋਹਰ ਨਾਲੇ ਹਰ ਨਾਲੋਂ ਤੂੰ ਮਨ ਮੇਰੇ ਦੁੱਖ ਦਾ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਰ ਸਭ ਸਵਾਰਨਾ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋਹਰ ਨਾਲੇ ਸਾਚੇ ਸਾਹਿਬਾ ਜਾਣਾ ਹੀ ਕਰਤੇ ਰਹਿ ਕਰਦਾ ਤੇਰੇ ਸਭ ਕੁਝ ਹੈ ਜਿਤੇ ਸੋ ਪਾਵੇ ਸਦਾ ਸਿਰ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਜਾਣਾ ਹੀ ਕਰਤੇ ਰਹਿ ਸਜਾ ਨਾਮ ਮੇਰਾ ਆਧਾਰ ਅੱਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਦਰਸ਼ਨ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿੰਦਿਆ ਇਹ ਵਡਿਆਈਆ ਕਹਿ ਨਾਨਕ ਸੋਹਣ ਕੋ ਸ਼ਸਤਰੋਂ ਪਿਆਰੋ ਸਜਾ ਨਾਮ ਮੇਰਾ ਆਧਾਰ ਵਾਜੇ ਪੰਜ ਵਦ ਕਰ ਸਵਾਗੇ ਸ਼ਬਦ ਵਾਜੇ ਕਰਾ ਜਿਨ ਕਰਤਾਰਿਆ ਉਹ ਪੰਜ ਦੂਤ ਤੁਧ ਵਾਸੇ ਕੀਤੇ ਕਾਲ ਕੰਟਕ ਮਾਰਿਆ ਕਰਮ ਪਾਇਆ ਤੁਝ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਚੰਦੁਕ ਹੋਵਾ ਤੁਮਤ ਅਨਹਦ ਵਾਜੇ ਆਨੰਦ ਲੋ ਬੜ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਕਹੇ ਸਰਸੇ ਤੇਰੇ ਕੋਤੇ ਜਾਣੀ ਸੁਣਤੇ ਪੁਨੀਤ ਕਹਿੰਦੇ ਪਵਿੱਤ ਸਤਿਗੁਰ ਰਹਿਆ ਪਰਪੂਰੇ ਬਿਨ ਵਟਾਣੇ ਗੁਰ ਚਰਨ ਲਾਗੇ ਆਏ ਅਨੰਦ ਵਿੱਚ ਲੋਕ ਅਮਰ ਗੁਰੂ ਪਾਣੀ ਜਸਾ ਮਾਤਾ ਤਤ ਮਹਤ ਇਸ ਰਾਤ ਕੋਈ ਦਾਈ ਦਇਆ ਕੇ ਲੈ ਸਰਜਗਤ ਚੰਗਿਆਈਆਂ ਮੁਰਿਆਈਆਂ ਵਜ ਧਰਮਾਂ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮੁਸ਼ਕਲ ਕਾਲ ਨਾਨਕ ਦੇ ਮੁਯੋਜ ਲੈ ਕੀਤੀ ਜੁਟੀ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬਖਸ਼ੋ ਅਸੀਸ ਫਤਿਹ ਰੂਪ ਦੇ ਵਿੱਚ ਆਪਣੀ ਅਸੀਸ ਬਖਸ਼ਿਸ਼ ਕਰਨਾ ਢਿੱਲੀ ਫਤਿਹ ਨਾ ਬੁਲਾਣੀ ਜੀ ਬੁਲੰਦ ਆਵਾਜ਼ 'ਚ ਗੂੰਜਾ ਪਾਉਂਦਿਆਂ ਗਰਜਿਓ ਜੀ
ਵਾਹਿਗੁਰੂ ਜੀ ਕਾ ਖਾਲਸਾ। ਤੂੰ ਠਾਕੁਰ ਤੋਂ